ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਅੰਗਰੇਜ਼ੀ ਮਹੀਨੇ ਮੁਤਾबिक 28 ਜੂਨ ਹੈ, ਦਿਨ ਮੰਗਲਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾबिक ਅੱਜ 14 ਹਾੜ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸਾਂਗੇ। ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੱਲ ਆਪਣਾ ਪਹਿਲਾ ਬਜਟ ਇਹ ਕਹਿ ਕੇ ਪੇਸ਼ ਕਰ ਦਿੱਤਾ ਹੈ ਕਿ ਸਿਰਫ ਕਹਿੰਦੇ ਨਹੀਂ ਕਰਕੇ ਦਿਖਾਉਂਦੇ ਆ। ਇਸ ਬਜਟ ਦੇ ਵਿੱਚ ਸਿਹਤ ਅਤੇ ਸਿੱਖਿਆ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਅਤੇ ਸਰਕਾਰ ਨੇ ਕਿਹਾ ਹੈ ਕਿ ਜਨਤਾ ਦੇ ਉੱਤੇ ਕੋਈ ਵੀ ਨਵਾਂ ਟੈਕਸ ਲਾਇਆ ਨਹੀਂ ਜਾਏਗਾ। ਹਾਲਾਂਕਿ ਜਿਹੜੇ ਪਹਿਲਾਂ ਤੋਂ ਟੈਕਸ ਲੱਗੇ ਨੇ ਉਹ ਉਸੇ ਤਰ੍ਹਾਂ ਬਰਕਰਾਰ ਰਹਿਣਗੇ। ਸਰਕਾਰ ਨੇ 5 ਵਿੱਚੋਂ 4 ਗਰੰਟੀਆਂ ਪੂਰੀਆਂ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਔਰਤਾਂ ਨੂੰ 1000 ਰੁਪਏ ਦੇਣ ਦਾ ਐਲਾਨ ਵੀ ਨਹੀਂ ਕੀਤਾ। ਖੁਦਕੁਸ਼ੀ ਪੀੜਤਾਂ ਦੇ ਬਾਰੇ ਵੀ ਬਜਟ ਚੁੱਪ ਹੈ। ਬੀਬੀਆਂ ਵੀ ਝਾਕਦੀਆਂ ਹੀ ਰਹਿ ਗਈਆਂ। ਹੁਣ ਟੀਚਰਾਂ ਸਹਿ ਰਹੀਆਂ ਨੇ ਲੋਕਾਂ ਦੀਆਂ। ਪਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਛੇਤੀ ਹੀ ਆਪਣਾ 5ਵਾਂ ਵਾਅਦਾ ਯਾਨੀ ਕਿ ਬੀਬੀਆਂ ਨਾਲ ਕੀਤਾ ਵਾਅਦਾ ਵੀ ਪੂਰਾ ਕਰਾਂਗੇ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸਾਡਾ ਇਹ ਬਜਟ ਨਵੇਂ ਪੰਜਾਬ ਦੇ ਨਕਸ਼ ਘੜੇਗਾ, ਪੰਜਾਬ ਰੰਗਲਾ ਬਣੇਗਾ। ਜਦਕਿ ਕਾਂਗਰਸ ਨੇ ਕਿਹਾ ਕਿ ਸਰਕਾਰ ਤਬਦੀਲੀ ਦਿਖਾਉਣ ਦੇ ਵਿੱਚ ਫੇਲ ਹੋਈ ਹੈ। ਬੀਜੇਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਬਜਟ ਆਮ ਲੋਕਾਂ ਦੇ ਨਾਲ ਮਜ਼ਾਕ ਹੈ। ਅਕਾਲੀ ਦਲ ਨੇ ਕਿਹਾ ਕਿ ਬਜਟ ਦੇ ਵਿੱਚ ਔਰਤਾਂ ਦੇ ਨਾਲ ਧੋਖਾ ਕੀਤਾ ਗਿਆ ਹੈ। ਅੱਗੇ ਵਿਸਥਾਰ ਦੇ ਵਿੱਚ ਦੱਸਾਂਗੇ ਕਿ ਇਸ ਬਜਟ ਦੇ ਵਿੱਚ ਕੀ ਕੁਝ ਖਾਸ ਹੈ। ਹੁਣ ਗੱਲ ਕਰਾਂਗੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਦੀ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤੇ ਅੱਜ ਕਤਲ ਹੋਏ ਨੂੰ ਪੂਰੇ 31 ਦਿਨ ਹੋ ਚੁੱਕੇ ਨੇ, ਯਾਨੀ ਕਿ ਪੂਰਾ ਮਹੀਨਾ ਹੋ ਚੁੱਕਿਆ ਹੈ। ਪਰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਪੁਲਿਸ ਦੀ ਜਾਂਚ ਕਿਸੇ ਸਿਰੇ ਨਹੀਂ ਲੱਗੀ ਹੈ। ਕੱਲ ਇਸ ਕੇਸ ਦੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਟ੍ਰਾਂਜ਼ਿਟ ਰਿਮਾਂਡ ਤੇ ਲਿਆਂਦੇ ਗਏ ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ ਪੂਰਾ ਹੋ ਗਿਆ। ਕੱਲ ਉਸ ਨੂੰ ਮਾਨਸਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਕਈ ਘੰਟੇ ਸੁਣਵਾਈ ਚੱਲਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਯਾਨੀ ਕਿ ਪੁਲਿਸ ਦੇ ਵੱਲੋਂ ਇਸ ਕਤਲकांड ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਲਾਰੈਂਸ ਬਿਸ਼ਨੋਈ ਹੁਣ ਮਾਨਸਾ ਪੁਲਿਸ ਨਹੀਂ ਬਲਕਿ ਅੰਮ੍ਰਿਤਸਰ ਪੁਲਿਸ ਦੀ ਹਿਰਾਸਤ ਵਿੱਚ ਰਹੇਗਾ। ਅੰਮ੍ਰਿਤਸਰ ਦੇ ਰਾਣਾ ਕੰਦੋਵਾਲੀਆ ਕਤਲकांड ਤਹਿਤ ਮਾਨਸਾ ਦੀ ਅਦਾਲਤ ਨੇ ਉਸ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਅੰਮ੍ਰਿਤਸਰ ਭੇਜ ਦਿੱਤਾ ਹੈ, ਜਿੱਥੇ 24 ਘੰਟਿਆਂ ਦੇ ਲਈ ਉਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਕੱਲ ਲਾਰੈਂਸ ਨੂੰ ਖਰੜ ਤੋਂ ਮਾਨਸਾ ਲਿਜਾਇਆ ਗਿਆ। ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਉਸ ਦਾ ਡਾਕਟਰੀ ਮੁਆਇਨਾ ਕਰਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਲਾਰੈਂਸ ਦਾ ਹੁਣ ਦਿੱਲੀ ਮੁੜਨਾ ਕੋਈ ਸੌਖਾ ਨਹੀਂ ਹੈ, ਕਿਉਂਕਿ ਪੁਲਿਸ ਉਸ ਦੇ ਖਿਲਾਫ ਜਿੰਨੇ ਵੀ ਪੰਜਾਬ ਦੇ ਵਿੱਚ ਕੇਸ ਦਰਜ ਨੇ ਉਹਨਾਂ ਸਾਰਿਆਂ ਕੇਸਾਂ ਨੂੰ ਲੈ ਕੇ ਲਗਾਤਾਰ ਪੁੱਛ ਪੜਤਾਲ ਲੱਗਦਾ ਕਰਦੀ ਰਹੇਗੀ। ਅੱਜ ਉਸ ਨੂੰ ਪੰਜਾਬ 'ਚ ਆਏ ਨੂੰ 13ਵਾਂ ਦਿਨ ਹੈ। ਪਿਛਲੇ 12 ਦਿਨ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਗਈ। ਸਿਟ ਤੋਂ ਇਲਾਵਾ ਐਂਟੀ ਗੈਂਗਸਟਰ ਟਾਸਕ ਫੋਰਸ CID ਅਤੇ ਮਾਨਸਾ ਪੁਲਿਸ ਨੇ ਪੁੱਛਗਿੱਛ ਕੀਤੀ। ਪੁੱਛਗਿੱਛ ਦੇ ਵਿੱਚ ਕੀ ਕੁਝ ਪਤਾ ਲੱਗਿਆ ਅੱਗੇ ਤੁਹਾਨੂੰ ਦੱਸਦੇ ਹਾਂ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਾਰੈਂਸ ਬਿਸ਼ਨੋਈ ਦਾ ਪਿਤਾ ਵੀ ਕੱਲ ਸੁਪਰੀਮ ਕੋਰਟ ਦੇ ਵਿੱਚ ਅਪੀਲ ਲੈ ਕੇ ਪਹੁੰਚਿਆ ਹੈ। ਉਸਨੇ ਸ਼ਿਕਾਇਤ ਕੀਤੀ ਹੈ ਕਿ ਮੇਰੇ ਪੁੱਤ ਦਾ ਕੋਈ ਵੀ ਮਾਨਸਾ ਦੇ ਵਿੱਚ ਕੇਸ ਨਹੀਂ ਲੜਨਾ ਚਾਹੁੰਦਾ। ਉਸਨੇ ਦਿੱਲੀ ਕੋਰਟ ਦੇ ਵੱਲੋਂ ਪੰਜਾਬ ਪੁਲਿਸ ਨੂੰ ਦਿੱਤੇ ਟ੍ਰਾਂਜ਼ਿਟ ਰਿਮਾਂਡ ਸਣੇ ਕਈ ਹੋਰ ਫੈਸਲਿਆਂ ਨੂੰ ਚੁਣੌਤੀ ਦਿੱਤੀ ਹੈ। ਗੈਂਗਸਟਰ ਦੇ ਪਿਤਾ ਨੇ ਆਪਣੇ ਵਕੀਲ ਸੰਗਰਾਮ ਸਿੰਘ ਸਾਰੋਂ ਦੇ ਰਾਹੀਂ ਦਾਖਲ ਕੀਤੀ ਪਟੀਸ਼ਨ ਦੇ ਵਿੱਚ ਸ਼ਿਕਾਇਤ ਕੀਤੀ ਕਿ ਪੰਜਾਬ ਦੇ ਵਕੀਲਾਂ ਨੇ ਉਸਦੇ ਪੁੱਤ ਦਾ ਬਾਈਕਾਟ ਕੀਤਾ ਹੋਇਆ ਤੇ ਉਸਦੇ ਕੇਸ ਦੀ ਪੈਰਵਾਈ ਕਰਨ ਤੋਂ ਇਨਕਾਰੀ ਨੇ ਤੇ ਬੈਂਚ ਨੇ ਵਕੀਲਾਂ ਦੇ ਇਸ ਰਵੱਈਏ ਨੂੰ ਪੂਰੀ ਤਰ੍ਹਾਂ ਗੈਰ ਵਾਜਿਬ ਕਰਾਰ ਦਿੰਦਿਆਂ ਕਿਹਾ ਕਿ ਪਟੀਸ਼ਨਰ ਬਿਸ਼ਨੋਈ ਦੇ ਲਈ ਕਾਨੂੰਨੀ ਸਹਾਇਤਾ ਹਾਸਲ ਕਰਨ ਵਾਲੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕਰ ਸਕਦਾ ਹੈ। ਬੈਂਚ ਨੇ ਬਿਸ਼ਨੋਈ ਦੇ ਪਿਤਾ ਦੀ ਅਪੀਲ ਤੇ ਸੁਣਵਾਈ ਅਗਲੀ 11 ਜੁਲਾਈ ਨੂੰ ਰੱਖ ਦਿੱਤੀ ਹੈ। ਇਸ ਤੋਂ ਬਾਅਦ ਮਲੋਟ ਤੋਂ ਇੱਕ ਵਕੀਲ ਸਾਹਮਣੇ ਆਇਆ ਸਤਨਾਮ ਸਿੰਘ ਧੀਮਾਨ, ਜਿਸ ਨੇ ਲਾਰੈਂਸ ਬਿਸ਼ਨੋਈ ਦਾ ਕੇਸ ਲੜਨ ਦੀ ਹਾਮੀ ਭਰ ਦਿੱਤੀ ਅਤੇ ਮਾਨਸਾ ਅਦਾਲਤ ਦੇ ਵਿੱਚ ਲਾਰੈਂਸ ਦੇ ਵੱਲੋਂ ਪਹੁੰਚਿਆ। ਉਸਨੇ ਜਾਣਕਾਰੀ ਦਿੱਤੀ ਕਿ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲਿਸ ਟ੍ਰਾਂਜ਼ਿਟ ਰਿਮਾਂਡ ਤੇ ਲੈ ਗਈ ਹੈ। ਵਕੀਲ ਨੇ ਲਾਰੈਂਸ ਬਿਸ਼ਨੋਈ ਨਾਲ ਕੱਲਿਆਂ ਮੁਲਾਕਾਤ ਵੀ ਕੀਤੀ ਅਤੇ ਵਕੀਲ ਨੇ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਦਾ ਕੋਈ ਹੱਥ ਨਹੀਂ ਹੈ। ਮੈਟਰੋਪੋਲੀਟਨ ਮੈਜਿਸਟ੍ਰੇਟ ਦਿੱਲੀ ਤੋਂ ਤੇ ਉਹ ਨਾਲ ਦੀ ਨਾਲ ਇੱਥੇ 4 ਵਜੇ ਪੇਸ਼ ਕਰਤਾ ਤੇ ਪੁਲਿਸ ਰਿਮਾਂਡ ਲੈ ਲਿਆ ਇਹਨਾਂ ਨੇ ਸਾਡੇ। ਨੈਕਸਟ ਟਾਈਮ ਜਿਹੜਾ ਹੋਇਆ ਚਲੋ ਉਦੋਂ ਜੋ ਵੀ ਸਿਕਿਉਰਿਟੀ ਰੀਜ਼ਨ ਕਰਕੇ ਚਲੋ ਅਸੀਂ ਸਮਝ ਸਕਦੇ ਹਾਂ ਸਾਰੀਆਂ ਚੀਜ਼ਾਂ ਵੀ ਚਲੋ ਇਨਸੀਡੈਂਟ ਹੀ ਇਸ ਤਰ੍ਹਾਂ ਦਾ ਸੀਗਾ। ਪੁਲਿਸ ਆਪਦੇ ਕੋਲੇ ਸਾਰਾ ਖੁੱਲ੍ਹਾ ਟਾਈਮ ਚਾਹੁੰਦੀ ਸੀਗੀ ਤੇ ਆਨਰੇਬਲ ਕੋਰਟ ਨੇ ਮੋਰ ਦੈਨ ਇਨਫ ਟਾਈਮ ਦਿੱਤਾ। ਸੈਕਿੰਡ ਟਾਈਮ ਇਹਨਾਂ ਨੇ ਬਿਫੋਰ ਦਾ ਟਾਈਮ ਅਦਾਲਤ ਦੇ ਵਿੱਚ ਪੇਸ਼ ਕਰਤਾ। ਸੈਕਿੰਡ ਟਾਈਮ ਸਾਡੀ ਤਾਂ ਤਿਆਰੀ ਸੀ ਆਉਣ ਦੀ, ਜਦੋਂ ਰਿਮਾਂਡ ਖਤਮ ਹੋਣਾ ਸੀ ਉਦੋਂ ਹੀ ਇੱਕ ਦਿਨ ਇਹਨਾਂ ਨੇ ਪਹਿਲਾਂ ਪ੍ਰੋਡਿਊਸ ਕਰਤਾ। ਉਹਦੇ 'ਚ ਹੁਣ ਅਸੀਂ ਤਾਂ ਇਹੀ ਕਹਿੰਦੇ ਆ ਵੀ ਕੋਈ ਐਪਰੀਹੈਂਸ਼ਨ ਹੋਊਗੀ ਪੁਲਿਸ ਨੂੰ, ਸਾਨੂੰ ਡਿਫੈਂਸ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਕਮ ਸੇ ਕਮ ਇਹ ਤਾਂ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਹੈਗਾ, ਉਹ ਸਾਨੂੰ ਟਾਈਮ ਤਾਂ ਪ੍ਰੋਪਰ ਮਿਲਣਾ ਚਾਹੀਦਾ ਸੀ ਨਾ ਡਿਫੈਂਸ ਕਰਨ ਦਾ।
ਅੱਜ ਇਹਨਾਂ ਨੇ ਜੁਡੀਸ਼ੀਅਲ ਰਿਮਾਂਡ ਸੀ ਕੀਤਾ ਹੈਗਾ। ਪੁਲਿਸ ਇਹ ਕਹਿੰਦੇ ਇਸ ਜਿਹੜੀ 103 ਨੰਬਰ FIR 'ਚ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਪਰਟੇਨਿੰਗ ਟੂ ਦਾ ਲਾਰੈਂਸ ਬਿਸ਼ਨੋਈ, ਤੇ ਹੁਣ ਸਾਨੂੰ ਫਰਦਰ ਇਹ ਨਹੀਂ ਚਾਹੀਦਾ, ਇਹਨੂੰ ਜੁਡੀਸ਼ੀਅਲ ਕਸਟਡੀ ਦਾ। ਨਾਲ ਦੀ ਨਾਲ ਅੰਮ੍ਰਿਤਸਰ ਪੁਲਿਸ ਬੈਠੀ ਸੀ, ਉਹਨਾਂ ਨੇ ਉੱਥੋਂ ਕੋਈ FIR 135 ਨੰਬਰ FIR ਉੱਥੇ ਦਰਜ ਸੀ, ਉੱਥੇ ਕਿਸੇ ਕੰਨਿਓ ਇੰਟਰੋਗੇਸ਼ਨ ਦੇ ਵਿੱਚ ਇਹਦਾ ਨਾਮ ਉਹਨੇ ਲੈਤਾ ਸੀਗਾ। ਉਸ ਚੱਕਰ 'ਚ ਇਹਨਾਂ ਨੇ ਪਹਿਲਾਂ ਇੱਥੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਕੀਤੀ, ਉਸ ਤੋਂ ਬਾਅਦ ਇਹਨਾਂ ਨੇ ਪਰਮਿਸ਼ਨ ਲਈ ਟ੍ਰਾਂਜ਼ਿਟ ਰਿਮਾਂਡ ਲਿਆ ਆਨਰੇਬਲ ਕੋਰਟ ਤੋਂ। ਦੇਖੋ ਜੀ, ਕੁਝ ਵੀ ਨਹੀਂ, ਕਿਸੇ ਤਰ੍ਹਾਂ ਦਾ ਕੋਈ ਸਬਸਟੈਂਸ ਨਹੀਂ ਆਇਆਗਾ। ਦੇਖੋ ਪਤਾ ਕੀ ਹੈ ਜੀ, ਇਸ ਸਟੇਜ ਤੇ ਇਨਵੈਸਟੀਗੇਸ਼ਨ ਏਜੰਸੀ ਕੋਲੇ ਨੂੰ ਅਥਰਾਈਜ਼ ਹੁੰਦਾ ਪੂਰਾ, ਉਹਨੂੰ ਟਾਈਮ ਅਸੀਂ ਕੋਆਪਰੇਟ ਕੀਤਾ, ਲਾਰੈਂਸ ਬਿਸ਼ਨੋਈ ਨੇ ਵੀ ਪੂਰਾ ਕੋਆਪਰੇਟ ਕੀਤਾ, ਕਿਉਂਕਿ ਲਾਰੈਂਸ ਬਿਸ਼ਨੋਈ ਦਾ ਇਸ ਮਰਡਰ ਦੇ ਨਾਲ ਕੋਈ ਕੰਸਰਨ ਨਹੀਂਗਾ। ਅਸੀਂ ਇੱਕ ਪੂਰਾ ਕੋਆਪਰੇਟ ਕੀਤਾ, ਚਲੋ ਸਾਡਾ ਡਿਫੈਂਸ ਵੀ ਨਹੀਂ ਗਿਆ 2 ਵਾਰੀ, ਤੇ 12-13 ਦਿਨ ਜਿਹੜਾ ਪੁਲਿਸ ਰਿਮਾਂਡ ਦੇ ਵਿੱਚ ਵੀ ਰੱਖਿਆ ਹੈਗਾ, ਠੀਕ ਹੈ। ਤਾਂ ਵੀ ਇਹ ਇਨਵੈਸਟੀਗੇਸ਼ਨ ਇਹਨਾਂ ਨੂੰ ਜਿਹੜੇ ਕਹਿੰਦੇ ਵੀ ਪੁੱਛਗਿੱਛ ਕਰਨੀ ਸੀ, ਹੁਣ ਸਾਨੂੰ ਲੋੜ ਨਹੀਂ, ਇਹਨਾਂ ਨੇ ਜੁਡੀਸ਼ੀਅਲ ਕਸਟਡੀ 103 ਨੰਬਰ ਮੈਂ FIR ਦੀ ਗੱਲ ਕਰ ਰਿਹਾ, ਫਰਦਰ ਅੰਮ੍ਰਿਤਸਰ ਪੁਲਿਸ ਲੈ ਗਈ ਹੈ ਅੱਜ। ਸੋ ਅੱਜ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਉਹਨੂੰ ਜੁਆਇੰਟ ਇੰਟਰੋਗੇਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਹੈ ਅਤੇ ਅਦਾਲਤ ਕੰਪਲੈਕਸ ਦੇ ਜੁਆਇੰਟ ਇੰਟਰੋਗੇਸ਼ਨ ਸੈਂਟਰ ਦੇ ਬਾਹਰ ਵੀ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਪਿਛਲੇ ਦਿਨੀ ਲਾਰੈਂਸ ਬਿਸ਼ਨੋਈ ਦੇ ਨੇੜਲੇ ਸਾਥੀ ਬਲਦੇਵ ਚੌਧਰੀ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਪਟਿਆਲਾ ਦੇ ਭਾਦਸੋਂ ਦੇ ਰਹਿਣ ਵਾਲੇ ਜਸਕਰਨ ਸਿੰਘ ਉਰਫ ਕਰਨ ਨੂੰ ਲੁਧਿਆਣਾ ਦੀ CIA 2 ਦੀ ਟੀਮ ਨੇ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਸੂਤਰਾਂ ਮੁਤਾਬਕ ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਜਸਕਰਨ ਗੋਲਡੀ ਬਰਾੜ ਦੇ ਲਈ ਪੈਸੇ ਵਸੂਲਣ ਦਾ ਕੰਮ ਕਰਦਾ ਸੀ, ਜਦਕਿ ਜਸਕਰਨ ਦੇ ਮਾਪੇ ਇਸ ਗੱਲ ਨੂੰ ਲੈ ਕੇ ਪੁਲਿਸ ਤੇ ਇਲਜ਼ਾਮ ਲਾ ਰਹੇ ਨੇ। ਉਹ ਦੱਸਦੇ ਨੇ ਕਿ ਉਹਨਾਂ ਦਾ ਪੁੱਤਰ ਬੇਕਸੂਰ ਹੈ, ਖਿਡਾਰੀ ਵੀ ਹੈ ਅਤੇ 21 ਸਾਲ ਦੀ ਉਮਰ ਹੈ, ਬਹੁਤ ਹੀ ਹੋਣਹਾਰ ਹੈ। ਪਿੰਡ ਦੇ ਲੋਕ ਵੀ ਹੈਰਾਨ ਨੇ ਕਿ ਜਸਕਰਨ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ, ਪਰ ਪੁਲਿਸ ਉਸ ਨੂੰ ਮੁਲਜ਼ਮ ਮੰਨਦੀ ਹੈ ਕਿ ਉਸਨੇ ਹਥਿਆਰ ਸਪਲਾਈ ਕੀਤੇ। ਸੋ ਪਿਛਲੇ 12 ਦਿਨਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਤੋਂ ਜੋ ਪੁੱਛਗਿੱਛ ਕੀਤੀ ਗਈ ਹੈ, ਉਸ ਦੌਰਾਨ ਖਾਸ ਤੌਰ ਤੇ ਇਹ ਪਤਾ ਲੱਗਿਆ ਪੁਲਿਸ ਦੇ ਦੱਸਣ ਮੁਤਾਬਿਕ ਕਿ ਮੂਸੇਵਾਲੇ ਦੇ ਕਤਲ ਦੀ ਸਾਜ਼ਿਸ਼ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੇ ਨਾਲ ਮਿਲ ਕੇ ਲਾਰੈਂਸ ਬਿਸ਼ਨੋਈ ਨੇ ਹੀ ਰਚੀ ਸੀ। ਉਸਨੇ ਹੀ ਕੈਨੇਡਾ ਬੈਠੇ ਆਪਣੇ ਸਾਥੀ ਗੈਂਗਸਟਰ ਗੋਲਡੀ ਬਰਾੜ, ਭਰਾ ਅਨਮੋਲ ਬਿਸ਼ਨੋਈ ਤੇ ਭਾਣਜੇ ਸਚਿਨ ਬਿਸ਼ਨੋਈ ਨੂੰ ਕਤਲ ਦਾ ਕੰਮ ਸੌਂਪਿਆ ਸੀ, ਜਿਨ੍ਹਾਂ ਸ਼ਾਰਪ ਸ਼ੂਟਰਾਂ ਦਾ ਪ੍ਰਬੰਧ ਕਰਕੇ ਇਸ ਕਾਂਡ ਨੂੰ ਅੰਜਾਮ ਦਿੱਤਾ। ਤੇ ਇਸੇ ਪੁੱਛਗਿੱਛ ਦੌਰਾਨ ਲਾਰੈਂਸ ਬਿਸ਼ਨੋਈ ਨੇ ਕਹਿੰਦੇ ਗੋਲਡੀ ਬਰਾੜ ਦੇ ਕੈਨੇਡਾ ਦੇ ਟਿਕਾਣਿਆਂ ਦਾ ਪਤਾ ਵੀ ਦੱਸਿਆ ਹੈ ਤੇ ਪੁਲਿਸ ਉਹਨਾਂ ਜਾਣਕਾਰੀਆਂ ਤੇ ਕੀ ਕੁਝ ਕੰਮ ਕਰ ਰਹੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸਚਿਨ ਬਿਸ਼ਨੋਈ ਬਾਰੇ ਪਤਾ ਲੱਗਿਆ, ਪਰ ਉਸ ਦਾ ਨਾਮ ਹੀ ਨਹੀਂ ਕਦੇ ਆਉਂਦਾ ਸਾਹਮਣੇ, ਹਾਲਾਂਕਿ ਉਸਨੇ ਇੱਕ ਨਿੱਜੀ TV ਚੈਨਲ ਦੇ ਪੱਤਰਕਾਰ ਨੂੰ ਫੋਨ ਕਰਕੇ ਵੀ ਇਹ ਗੱਲ ਕਬੂਲੀ ਸੀ, ਦਾਅਵਾ ਕੀਤਾ ਸੀ ਕਿ ਮੈਂ ਆਪਣੇ ਹੱਥਾਂ ਨਾਲ ਮੂਸੇਵਾਲੇ ਨੂੰ ਮਾਰਿਆ ਹੈ। ਪਰ ਇਹਨਾਂ ਨੂੰ ਪੁਲਿਸ ਕਦੋਂ ਫੜੇਗੀ? ਮਾਸਟਰਮਾਈਂਡ ਜੇ ਲਾਰੈਂਸ ਬਿਸ਼ਨੋਈ ਹੈ ਤਾਂ ਇਸ ਨੂੰ ਤਾਂ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਕੇਸ ਦਾ ਅੰਜਾਮ ਕੀ ਹੋਵੇਗਾ, ਕੁਝ ਨਹੀਂ ਕਿਹਾ ਜਾ ਸਕਦਾ। ਕੱਲ ਮਾਨਸਾ ਦੇ ਪਿੰਡ ਰੱਲੀ ਦੇ ਰਹਿਣ ਵਾਲੇ ਮਨਮੋਹਨ ਸਿੰਘ ਮੋਹਣਾ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 3 ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ। ਪਵਨ ਬਿਸ਼ਨੋਈ, ਨਸੀਬ ਖਾਨ ਤੇ ਮੋਨੂ ਡਾਗਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਅੱਜ ਕਤਲकांड ਦੇ 31ਵੇਂ ਦਿਨ ਇਸ ਕੇਸ ਦੇ ਵਿੱਚ ਕੀ ਹੋਰ ਅਪਡੇਟ ਆਉਂਦੀ ਹੈ, ਇਸ ਦੀ ਉਡੀਕ ਰਹੇਗੀ। ਸ਼ਾਮ ਨੂੰ ਇੱਕ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸ ਦਿਆਂਗੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਜਮਾਤ ਦਾ ਨਤੀਜਾ ਮੁਲਤਵੀ ਕਰ ਦਿੱਤਾ ਗਿਆ। ਕੱਲ 3 ਵਜੇ ਨਤੀਜਾ ਆਉਣਾ ਸੀ, ਪਰ ਪਤਾ ਲੱਗਿਆ ਕਿ ਬੋਰਡ ਦੇ ਅਧਿਕਾਰੀ 12ਵੀਂ ਜਮਾਤ ਦਾ ਨਤੀਜਾ ਐਲਾਨਣ ਦੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਏ ਸੀ, ਪਰ ਲੰਚ ਬ੍ਰੇਕ ਸਮੇਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਅਚਾਨਕ ਫੋਨ ਖੜਕ ਗਿਆ ਕਿ 12ਵੀਂ ਦਾ ਨਤੀਜਾ ਨਾ ਐਲਾਨਿਆ ਜਾਵੇ, ਜਿਸ ਕਰਕੇ ਨਤੀਜਾ ਐਲਾਨੇ ਜਾਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ। ਜਦਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨੇ ਬਾਅਦ ਦੁਪਹਿਰੇ 3 ਵਜੇ ਜ਼ੂਮ ਐਪ ਤੇ ਮੀਟਿੰਗ ਰਾਹੀਂ 12ਵੀਂ ਜਮਾਤ ਦਾ ਨਤੀਜਾ ਐਲਾਨਣ ਦੇ ਬਾਰੇ ਪੱਤਰਕਾਰਾਂ ਨੂੰ ਕਵਰੇਜ ਕਰਨ ਦੀ ਅਪੀਲ ਵੀ ਕੀਤੀ ਸੀ। ਵਿਦਿਆਰਥੀ ਜਿਹੜੇ ਉਡੀਕ ਰਹੇ ਸੀ ਨਤੀਜਾ, ਉਹਨਾਂ ਨੂੰ ਵੀ ਨਿਰਾਸ਼ਾ ਹੱਥ ਲੱਗੀ ਹੈ ਤੇ ਹੁਣ ਅਗਲੇ ਹੁਕਮਾਂ ਤੱਕ ਇਹ ਨਤੀਜਾ ਕਹਿੰਦੇ ਰੋਕ ਲਿਆ ਗਿਆ। ਹੁਣ ਅੱਗੇ ਕਦੋਂ ਨਤੀਜਾ ਜਾਰੀ ਕੀਤਾ ਜਾਊਗਾ, ਉਸ ਦੀ ਜਾਣਕਾਰੀ ਜਿਵੇਂ ਹੀ ਮਿਲੂਗੀ ਅਸੀਂ ਤੁਹਾਨੂੰ ਸਭ ਨੂੰ ਦੇਵਾਂਗੇ। ਬਹੁਤ ਚਰਚਿਤ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦੀ ਕੱਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ੀ ਹੋਈ ਤੇ ਮਜੀਠੀਆ ਦੀ ਨਿਆਇਕ ਹਿਰਾਸਤ ਦੇ ਵਿੱਚ ਫਿਰ ਤੋਂ 14 ਦਿਨਾਂ ਦਾ ਵਾਅਦਾ ਕਰ ਦਿੱਤਾ ਗਿਆ। 11 ਜੁਲਾਈ ਨੂੰ ਅਗਲੀ ਸੁਣਵਾਈ ਹੋਵੇਗੀ। ਇਸੇ ਤਰ੍ਹਾਂ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੁੜ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਧਰਮਸੋਤ ਹੋਰ ਰਹਿਣਗੇ।
ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਭਗੌੜਾ ਐਲਾਨਣ ਦੇ 123 ਦਿਨਾਂ ਬਾਅਦ ਵੀ ਪੁਲਿਸ ਨੂੰ ਨਹੀਂ ਮਿਲੇ। ਪੁਲਿਸ ਦੇ ਹੱਥ ਲਗਾਤਾਰ ਖਾਲੀ ਨੇ, ਜਦਕਿ ਬੈਂਸ ਸੋਸ਼ਲ ਮੀਡੀਆ ਤੇ ਲਗਾਤਾਰ ਐਕਟਿਵ ਨੇ। ਸਾਬਕਾ ਵਿਧਾਇਕ ਬੈਂਸ ਨੇ 2 ਜ਼ਮਾਨਤ ਅਰਜ਼ੀਆਂ ਲਾਈਆਂ ਸੀ, ਦੋਵੇਂ ਹੀ ਹਾਈ ਕੋਰਟ ਨੇ ਖਾਰਜ ਕਰ ਦਿੱਤੀਆਂ ਤੇ 24 ਫਰਵਰੀ ਨੂੰ ਬੈਂਸ ਨੂੰ ਸਾਥੀਆਂ ਸਣੇ ਲੁਧਿਆਣੇ ਦੀ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਕਦੇ-ਕਦੇ ਸੋਸ਼ਲ ਮੀਡੀਆ ਤੇ ਤਾਂ ਐਕਟਿਵ ਹੁੰਦੇ ਨੇ ਪਰ ਆਪਣੇ ਘਰੋਂ ਤੇ ਦਫ਼ਤਰ ਦੇ ਵਿੱਚੋਂ ਫਰਾਰ ਚੱਲ ਰਹੇ ਨੇ। ਜਦਕਿ ਬੈਂਸ ਦੇ ਉੱਤੇ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਪੀੜਤ ਔਰਤ ਹਾਲੇ ਵੀ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿੱਚ ਪ੍ਰਦਰਸ਼ਨ ਕਰਦੀ ਹੈ। ਔਰਤ ਦਾ ਦਾਅਵਾ ਹੈ ਕਿ ਲਗਾਤਾਰ ਬੈਂਸ ਨੂੰ ਸਿਆਸੀ ਦਬਾਅ ਕਾਰਨ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ IAS ਅਧਿਕਾਰੀ ਸੰਜੇ ਪੋਪਲੀ ਦੇ 27 ਸਾਲਾ ਪੁੱਤ ਕਾਰਤਿਕ ਪੋਪਲੀ ਦਾ ਕੱਲ੍ਹ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕਾਰਤਿਕ ਦੀ ਚਿਖਾ ਨੂੰ ਅਗਨੀ ਪਿਤਾ ਸੰਜੇ ਪੋਪਲੀ ਨੇ ਹੀ ਦਿਖਾਈ। ਇਸ ਮੌਕੇ ਮੋਹਾਲੀ ਦੇ DC ਅਮਿਤ ਤਲਵਾੜ ਸਣੇ ਪੁਲਿਸ ਤੇ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਕਾਰਤਿਕ ਪੋਪਲੀ ਦਾ PGI ਦੇ ਵਿੱਚ ADC ਦੀ ਅਗਵਾਈ ਹੇਠ ਡਾਕਟਰਾਂ ਦੇ ਮੈਡੀਕਲ ਬੋਰਡ ਦੇ ਵੱਲੋਂ ਪੋਸਟਮਾਰਟਮ ਕੀਤਾ ਗਿਆ। ਪੁੱਤ ਦੇ ਸੰਸਕਾਰ ਤੋਂ ਬਾਅਦ ਸੰਜੇ ਪੋਪਲੀ ਨੇ ਫਿਰ ਕਿਹਾ ਕਿ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ, ਪਰ ਨਿਆਂਪਾਲਿਕਾ ਤੇ ਕਹਿੰਦੇ ਉਹਨਾਂ ਨੂੰ ਪੂਰਾ ਭਰੋਸਾ ਹੈ, ਉਮੀਦ ਹੈ ਇਨਸਾਫ ਮਿਲੂਗਾ। ਕਾਰਤਿਕ ਪੋਪਲੀ ਦਾ ਪੋਸਟਮਾਰਟਮ ਲੰਘੇ ਦਿਨ ਹੀ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਨਹੀਂ ਹੋ ਸਕਿਆ। ਹੁਣ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਹਾਲਾਂਕਿ ਜਾਣਕਾਰੀ ਮੁਤਾਬਿਕ ਗੋਲੀ ਪੋਪਲੀ ਦੇ ਸਿਰ ਦੇ ਆਰ-ਪਾਰ ਹੋਈ ਹੈ। ਵਿਜੀਲੈਂਸ ਦੇ ਦਾਅਵੇ ਮੁਤਾਬਿਕ ਸੰਜੇ ਪੋਪਲੀ ਦੇ ਪੁੱਤ ਕਾਰਤਿਕ ਨੇ ਆਪਣੀ ਹੀ ਰਿਵਾਲਵਰ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ, ਜਦਕਿ ਪਰਿਵਾਰ ਨੇ ਵਿਜੀਲੈਂਸ ਤੇ ਆਪਣੇ ਪੁੱਤ ਨੂੰ ਮਾਰਨ ਦੇ ਇਲਜ਼ਾਮ ਲਾਏ ਨੇ। ਜਲੰਧਰ ਦੇ DAV ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਤੋਂ ਖਬਰ ਹੈ, ਜਿੱਥੇ ਜਨਮ ਦਿਨ ਦੀ ਪਾਰਟੀ ਦੌਰਾਨ ਝਗੜਾ ਹੋ ਗਿਆ। 2 ਨੌਜਵਾਨ 2 ਵਿਦਿਆਰਥੀ ਤੀਜੀ ਮੰਜ਼ਿਲ ਤੋਂ ਡਿੱਗ ਗਏ। ਇੱਕ ਵਿਦਿਆਰਥੀ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਦੂਸਰੇ ਦੀ ਹਾਲਤ ਗੰਭੀਰ ਹੈ। ਜਾਣਕਾਰੀ ਮੁਤਾਬਿਕ ਕਾਲਜ ਦੇ ਹੋਸਟਲ ਵਿੱਚ ਇੱਕ ਵਿਦਿਆਰਥੀ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। 2 ਵਿਦਿਆਰਥੀ ਧੜਿਆਂ ਦੇ ਵਿਚਾਲੇ ਬਹਿਸ ਹੋ ਗਈ। ਬਹਿਸ ਤੋਂ ਬਾਅਦ ਝਗੜਾ ਹੱਥੋਂ ਪਾਈ ਤੱਕ ਪਹੁੰਚ ਗਿਆ। ਲੜਦੇ ਦੋਵੇਂ ਧੜੇ ਹੋਸਟਲ ਦੀ ਤੀਜੀ ਮੰਜ਼ਿਲ ਤੇ ਪਹੁੰਚ ਗਏ। ਰੇਲਿੰਗ ਟੁੱਟਣ ਕਾਰਨ 2 ਵਿਦਿਆਰਥੀ ਤੀਜੀ ਮੰਜ਼ਿਲ ਤੋਂ ਥੱਲੇ ਡਿੱਗ ਗਏ, ਜਿਸ ਦੇ ਵਿੱਚੋਂ ਮਰਨ ਵਾਲੇ ਵਿਦਿਆਰਥੀ ਦੀ ਪਛਾਣ ਕ੍ਰਿਸ਼ਨ ਕੁਮਾਰ ਯਾਦਵ ਵਾਸੀ ਦਾਨਾਪੁਰ ਪੂਰਨੀਆ ਬਿਹਾਰ ਦੇ ਵਜੋਂ ਹੋਈ ਹੈ। ਕ੍ਰਿਸ਼ਨ BSc ਦੀ ਪੜ੍ਹਾਈ ਕਰ ਰਿਹਾ ਸੀ। ਜ਼ਖਮੀ ਵਿਦਿਆਰਥੀ ਦੀ ਪਛਾਣ ਅਮਨ ਵਜੋਂ ਹੋਈ ਹੈ। ਉਹ ਵੀ ਬਿਹਾਰ ਦਾ ਹੀ ਰਹਿਣ ਵਾਲਾ ਸੀ ਤੇ BSc ਕਰ ਰਿਹਾ ਹੈ। CCTV ਫੁਟੇਜ ਪੁਲਿਸ ਨੇ ਹਾਸਲ ਕਰ ਲਈ ਹੈ, ਜਿਸ ਦੇ ਵਿੱਚ ਸਾਰੀ ਵਾਰਦਾਤ ਸਾਫ਼ ਦਿਖਾਈ ਦੇ ਰਹੀ ਹੈ। ਰਾਤ ਨੂੰ ਇਹ ਘਟਨਾ ਵਾਰਦਾਤ ਵਾਪਰਦੀ ਹੈ ਤੇ ਤੜਕੇ ਅਫਵਾਹ ਫੈਲੀ ਕਿ DAVIAT ਹੋਸਟਲ ਦੇ ਵਿੱਚ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਕੁਝ ਸਮੇਂ ਬਾਅਦ ਚਰਚਾ ਛਿੜੀ ਰਹੀ ਕਿ ਇੱਥੇ ਵਿਦਿਆਰਥੀ ਦਾ ਕਤਲ ਹੋ ਗਿਆ, ਪਰ ਅਸਲ ਗੱਲ ਹੈ ਕਿ ਝਗੜਾ ਹੋਇਆ ਸੀ, ਦੋਵੇਂ ਛੱਤ ਤੋਂ ਡਿੱਗ ਗਏ। ਪੰਜਾਬ ਦੇ ਲੋਕਾਂ ਨੂੰ ਗਰਮੀ ਨਾਲ ਹਾਲੇ ਹੋਰ ਜੂਝਣਾ ਪੈ ਸਕਦਾ ਹੈ 48 ਘੰਟਿਆਂ ਦੇ ਲਈ, ਕਿਉਂਕਿ ਮੌਨਸੂਨ ਦੀ ਜੁਲਾਈ ਮਹੀਨੇ ਦੀ 1 ਤਰੀਕ ਤੱਕ ਉਡੀਕ ਕਰਨੀ ਪਵੇਗੀ। ਮੌਨਸੂਨ ਵਿਭਾਗ ਨੇ ਨਵੇਂ ਅੰਕੜੇ ਜਾਰੀ ਕੀਤੇ ਨੇ। ਹਾਲਾਂਕਿ ਕੱਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਸਮੇਤ ਆਸ-ਪਾਸ ਦੇ ਕੁਝ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪਿਆ। ਲੱਗਦਾ ਸੀ ਕਿ ਮੌਸਮ ਬਦਲ ਜਾਊਗਾ। 28 ਤਰੀਕ ਤੋਂ ਪਹਿਲਾਂ 27 ਤਰੀਕ ਨੂੰ ਹੀ ਮੀਂਹ ਪੈਣ ਲੱਗ ਗਿਆ ਤੇ ਲੋਕ ਥੋੜਾ ਖੁਸ਼ ਹੋ ਗਏ ਸੀ, ਪਰ ਹੁਣ ਫਿਰ ਇੰਨੀ ਕੁ ਹੁੰਮਸ ਤੇ ਇੰਨੀ ਕੁ ਗਰਮੀ ਇੱਥੇ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਹਾਲੇ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ, ਜਾਂ ਕਹਿ ਸਕਦੇ ਹਾਂ ਕਿ ਮੀਂਹ ਤੋਂ ਪਹਿਲਾਂ ਜਿਹੜੀ ਗਰਮੀ ਹੁੰਦੀ ਹੈ ਸ਼ਾਇਦ ਉਹ ਹੋਵੇ। ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਮੌਨਸੂਨ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਵਿੱਚ ਐਂਟਰੀ ਕਰ ਜਾਂਦੀ ਹੈ, ਪਰ ਇਸ ਵਾਰੀ ਮੱਧ ਪ੍ਰਦੇਸ਼, UP ਤੇ ਬਿਹਾਰ ਦੀਆਂ ਹੱਦਾਂ ਤੱਕ ਹੀ ਪਹੁੰਚ ਸਕੀ ਹੈ। ਆਉਣ ਵਾਲੇ 3 ਦਿਨਾਂ ਦੌਰਾਨ ਮੌਨਸੂਨ ਤੋਂ ਪਹਿਲਾਂ ਵਾਲਾ ਮੀਂਹ ਪੈ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਤਾਬਿਕ ਸੂਬੇ ਵਿੱਚ ਇਸ ਵਾਰੀ ਮੌਨਸੂਨ ਲਗਭਗ 10 ਦਿਨ ਪਛੜ ਕੇ ਚੱਲ ਰਹੀ ਹੈ। ਪੰਜਾਬ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਉਸ ਤੇ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ। ਕਿਸਾਨਾਂ ਨੇ ਅਤੇ ਵਿਦਿਆਰਥੀਆਂ ਨੇ ਕੀ ਕਿਹਾ ਹੈ ਅੱਗੇ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਾਂਗੇ, ਪਰ ਇਹ ਵੀ ਪਤਾ ਲੱਗਿਆ ਕਿ ਸਨਅਤਕਾਰਾਂ ਨੂੰ ਵੀ ਪਲੇਠਾ ਬਜਟ ਨਵੀਂ ਸਰਕਾਰ ਦਾ ਰਾਸ ਨਹੀਂ ਆਇਆ। ਹਾਲਾਂਕਿ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਨਅਤਕਾਰਾਂ ਦੇ ਨਾਲ ਬੜੀਆਂ ਬੈਠਕਾਂ ਕੀਤੀਆਂ ਸੀ, ਪਰ ਲੁਧਿਆਣੇ ਦੇ ਸਨਅਤਕਾਰ ਇਸ ਬਜਟ ਤੋਂ ਨਾਖੁਸ਼ ਨੇ। ਸਨਅਤਕਾਰਾਂ ਨੇ ਇਸ ਬਜਟ ਨੂੰ ਦਿਸ਼ਾਹੀਣ ਕਰਾਰ ਦਿੱਤਾ ਹੈ। ਇਹਨਾਂ ਦੇ ਮੁਤਾਬਿਕ ਪਿਛਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਨੇ ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਦਿੱਤੀ ਹੈ। ਕੋਈ ਵੱਡੀ ਰਾਹਤ ਸਨਅਤਕਾਰਾਂ ਨੂੰ ਨਹੀਂ ਦਿੱਤੀ। ਖੇਡ ਸਨਅਤ ਦੀ ਮਦਦ ਦੇ ਲਈ ਵੀ ਕੋਈ ਪੈਕੇਜ ਨਾ ਐਲਾਨਣ ਤੇ ਕਾਰੋਬਾਰੀ ਨਾਖੁਸ਼ ਨੇ। ਬਜਟ ਤੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕ ਵੀ ਨਿਰਾਸ਼ ਨੇ। ਮੁੱਖ ਮੰਤਰੀ ਨੂੰ ਚਾਲੂ ਬਜਟ ਸੈਸ਼ਨ ਦੌਰਾਨ UGC ਪੇ ਸਕੇਲ ਦੇਣ ਲਈ ਵਿੱਤੀ ਪ੍ਰਬੰਧ ਕਰਨ ਦੀ ਅਪੀਲ ਵੀ ਕੀਤੀ। ਸੋ ਅੱਜ ਬਜਟ ਸੈਸ਼ਨ ਦਾ ਚੌਥਾ ਦਿਨ ਰਹੇਗਾ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਦੀ ਮੀਟਿੰਗ ਵੀ ਸੱਦ ਲਈ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ।
ਬਜਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਦਿੱਲੀ ਮਾਡਲ ਹੀ ਲਾਗੂ ਕਰਾਂਗੇ। ਪੰਜਾਬ ਨੂੰ ਦਿੱਲੀ ਵਰਗੀਆਂ ਸਫਲ ਪਹਿਲ ਕਦਮੀਆਂ ਤੇ ਚੱਲਦੇ ਹੋਏ ਆਪਣੇ ਸੂਬੇ ਨੂੰ ਖੁਸ਼ਹਾਲ ਬਣਾਵਾਂਗੇ। ਵਿਧਾਨ ਸਭਾ ਦੇ ਵਿੱਚ ਆਪਣੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦੇ ਹੋਏ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਤੋਂ ਪ੍ਰਭਾਵਿਤ ਹੋਏ। ਇਸੇ ਕਰਕੇ ਪਾਰਟੀ ਨੇ ਸੱਤਾ ਹਾਸਲ ਕੀਤੀ ਤੇ ਸੱਤਾ ਵਿੱਚ ਆਉਂਦਿਆਂ ਹੀ ਪਾਰਟੀ ਨੇ ਕਈ ਵਾਅਦੇ ਪੂਰੇ ਕਰ ਦਿੱਤੇ ਨੇ। ਬਜਟ ਪੇਸ਼ ਕਰਨ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਸਾਡੀ ਸਰਕਾਰ ਨੇ 100 ਦਿਨਾਂ ਦੇ ਕਾਰਜਕਾਲ ਦੇ ਅੰਦਰ ਹੀ ਪੰਜਾਬੀਆਂ ਦਾ ਜੀਵਨ ਕਾਫੀ ਹੱਦ ਤੱਕ ਬਦਲ ਦਿੱਤਾ ਹੈ। ਬਜਟ ਦੀ ਭੂਮਿਕਾ ਦੇ ਵਿੱਚ ਭ੍ਰਿਸ਼ਟਾਚਾਰ ਬਾਰੇ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਅਤੇ ਕਈ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਣ ਦੀਆਂ ਕਾਮਯਾਬੀਆਂ ਵੀ ਹਰਪਾਲ ਸਿੰਘ ਚੀਮਾ ਨੇ ਗਿਣਵਾਈਆਂ ਅਤੇ 26,000 ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਨਵੀਂ ਭਰਤੀ, 26,000 ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤੇ ਜਾਣ ਦੀ ਜਾਣਕਾਰੀ ਵੀ ਦਿੱਤੀ। ਡਿਜੀਟਲ ਬਜਟ ਪੇਸ਼ ਕੀਤੇ ਜਾਣ ਕਰਕੇ 21 ਲੱਖ ਰੁਪਏ ਸਾਲਾਨਾ ਬਚਤ ਅਤੇ 800 ਤੋਂ ਵੱਧ ਰੁੱਖਾਂ ਨੂੰ ਵੱਢਣ ਤੋਂ ਬਚਾਉਣ ਦੇ ਲਈ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਪੰਜਾਬ ਦਾ ਬਜਟ ਪੰਜਾਬ ਦੇ ਲੋਕਾਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ। ਉਹਨਾਂ ਨੇ ਪੰਜਾਬੀਆਂ ਨੂੰ ਇਸ ਦੀ ਵਧਾਈ ਵੀ ਦਿੱਤੀ। ਦਾਅਵਾ ਕੀਤਾ ਕਿ ਬਜਟ ਦੇ ਵਿੱਚ ਅਸੀਂ ਹਰ ਵਰਗ ਦਾ ਖਾਸ ਖਿਆਲ ਰੱਖਿਆ ਹੈ। ਸੋ ਪੰਜਾਬ ਦੇ ਬਜਟ ਨੂੰ ਸ਼ਹੀਦਾਂ ਨੂੰ ਸਮਰਪਿਤ ਕਰਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ 2022-23 ਦੇ ਲਈ 1,55,860 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਪੰਜਾਬ ਸਿਰ ਮੌਜੂਦਾ ਕਰਜ਼ਾ ਵੀ ਦੱਸਿਆ ਗਿਆ ਤੇ ਇਹ ਕਰਜ਼ਾ 2,63,000 ਕਰੋੜ ਤੋਂ ਵੀ ਵੱਧ ਹੈ। ਯਾਨੀ ਕਿ ਪੰਜਾਬ ਹੈ ਜਿਹੜਾ ਉਹ ਇੰਨੇ ਵੱਡੇ ਕਰਜ਼ੇ ਦਾ ਕਰਜ਼ਈ ਹੋਇਆ ਪਿਆ ਹੈ। ਜਿੰਨੀਆਂ ਸਰਕਾਰਾਂ ਲੰਘ ਗਈਆਂ ਉਹਨਾਂ ਨੇ ਤਾਂ ਕੁਝ ਕੀਤਾ ਨਹੀਂ ਕਰਜ਼ਾ ਘਟਾਉਣ ਦੇ ਲਈ, ਸਗੋਂ ਕਰਜ਼ਾ ਹੋਰ ਦੀ ਹੋਰ ਲੈਣਾ ਪਿਆ। ਕਿਉਂਕਿ ਜਿਹੜੀਆਂ ਲੋਕਾਂ ਨੂੰ ਇਹ ਚਾਰਟ ਤੇ ਲਾਇਆ ਜਾਂਦਾ, ਜਿਹੜੇ ਲੋਕ ਲੁਭਾਉਣੇ ਐਲਾਨ ਕੀਤੇ ਜਾਂਦੇ ਨੇ ਕਿ ਅਸੀਂ ਆਹ ਮੁਫਤ ਦੇ ਦਿਆਂਗੇ, ਆਹ ਤੁਹਾਨੂੰ ਮੁਫਤ ਦੇ ਦਿਆਂਗੇ, ਇਹ ਸਸਤਾ ਦੇ ਦਿਆਂਗੇ ਤੇ ਸਬਸਿਡੀ ਦੇ ਦਿਆਂਗੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ ਦੀਆਂ ਜਾਂ ਫਿਰ ਪਾਰਟੀਆਂ ਦੀਆਂ ਕਹਿ ਲਈਏ ਕਿ ਲੋਕ ਲੁਭਾਊ ਨੀਤੀਆਂ ਹੁੰਦੀਆਂ ਨੇ, ਉਹਨਾਂ ਕਰਕੇ ਪੰਜਾਬ ਹੋਰ ਕਰਜ਼ਈ ਹੁੰਦਾ ਜਾ ਰਿਹਾ ਹੈ। ਸੋ ਪੰਜਾਬ ਸਿਰ ਮੌਜੂਦਾ 2,63,000 ਕਰੋੜ ਤੋਂ ਵੀ ਵੱਧ ਦਾ ਕਰਜ਼ਾ ਹੈ, ਇਹ ਦੱਸਿਆ ਵਿੱਤ ਮੰਤਰੀ ਨੇ। ਜੋ ਪੰਜਾਬ ਦਾ ਮੌਜੂਦਾ ਕਰਜ਼ਾ ਗਾ 2021-22 ਦੇ ਸੋਧੇ ਹੋਏ ਅਨੁਮਾਨਾਂ ਦੇ ਅਨੁਸਾਰ 2,63,000 ਕਰੋੜ ਰੁਪਏ ਦਾ ਗਾ। ਇਸ ਤੋਂ ਇਲਾਵਾ ਰਾਜ ਏਜੰਸੀਆਂ, PSUs, ਬੋਰਡਾਂ, ਕਾਰਪੋਰੇਸ਼ਨਾਂ ਦੇ ਤਕਰੀਬਨ 55,000 ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਤੋਂ ਇਲਾਵਾ ਜਿਸ ਵਿੱਚੋਂ ਲਗਭਗ ਸਪੀਕਰ ਸਾਹਿਬ 22,250 ਕਰੋੜ ਰੁਪਏ ਦੀ ਗਰੰਟੀ ਰਾਜ ਸਰਕਾਰ ਵੱਲੋਂ ਦਿੱਤੀ ਗਈ ਹੈ। ਸਾਡੀ ਸਰਕਾਰ ਭ੍ਰਿਸ਼ਟਾਚਾਰ ਲਈ ਜ਼ੀਰੋ ਟੋਲਰੈਂਸ ਰੱਖਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਸਪੀਕਰ ਸਾਹਿਬ ਜਨਮੀ ਭ੍ਰਿਸ਼ਟਾਚਾਰ ਦੇ ਖਿਲਾਫ ਹੋਇਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਐਤਕੀ ਦਾ ਜਿਹੜਾ ਬਜਟ ਹੈ ਉਹ 3 ਪੱਖਾਂ ਤੇ ਕੇਂਦਰਿਤ ਰਹੇਗਾ। ਮਾਲੀਆ ਵਧਾਉਣਾ, ਕਰਜ਼ਾ ਘਟਾਉਣਾ, ਵਿਗੜਦੀ ਵਿੱਤੀ ਹਾਲਤ ਬਹਾਲ ਕਰਨੀ, ਫਜ਼ੂਲ ਖਰਚੀ ਘਟਾ ਕੇ ਮੌਜੂਦਾ ਸਕੀਮਾਂ 'ਚ ਸੁਧਾਰ ਕਰਨਾ, ਸਿਹਤ ਅਤੇ ਸਿੱਖਿਆ ਤੇ ਧਿਆਨ ਕੇਂਦਰਿਤ ਰਹੂਗਾ, ਇਹ ਦੱਸਿਆ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ। ਤੇ ਨਾਲ ਹੀ ਉਹਨਾਂ ਨੇ ਜਦੋਂ ਆਪਣੀ ਸਰਕਾਰ ਦੇ ਵੱਲੋਂ ਕੀਤੇ ਗਏ ਕੰਮ ਗਿਣਵਾਏ ਤਾਂ ਪੰਜਾਬੀਆਂ ਨੂੰ ਖੁਸ਼ ਕਰਦਿਆਂ ਉਹਨਾਂ ਐਲਾਨ ਕਰ ਦਿੱਤਾ ਕਿ ਸਾਡੀ ਸਰਕਾਰ 1 ਜੁਲਾਈ ਤੋਂ ਯੋਗ ਖਪਤਕਾਰਾਂ ਨੂੰ ਬਿਜਲੀ ਮੁਫਤ ਦੇਣ ਦੇ ਲਈ ਤਿਆਰ ਹੈ। ਬਿਜਲੀ ਦੀ ਸਕੀਮ ਨੂੰ ਅਮਲੀ ਰੂਪ ਦੇਣ ਦੇ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਤੇ ਆਉਂਦੇ 3 ਦਿਨਾਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਹਿਣ ਦੇ ਮੁਤਾਬਿਕ ਪੰਜਾਬ ਦੇ ਵਿੱਚ ਇਹ ਸਹੂਲਤ ਲਾਗੂ ਹੋ ਜਾਵੇਗੀ। ਆਮ ਆਦਮੀ ਪਾਰਟੀ ਨੇ ਮਾਨਯੋਗ ਸਪੀਕਰ ਸਾਹਿਬ, ਆਮ ਆਦਮੀ ਪਾਰਟੀ ਨੇ ਹੋਗੀ ਜੀ ਸਾਡੇ ਕੌਮੀ ਕਨਵੀਨਰ ਬਾਜਵਾ ਸਾਹਿਬ ਦੇ ਹੋ ਪੰਜਾਬ ਦੇ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਭ ਤੋਂ ਪਹਿਲਾਂ ਇਲੈਕਸ਼ਨ ਦੇ ਦੌਰਾਨ ਪੰਜਾਬ ਦੇ ਹਰੇਕ ਘਰ ਦੇ ਨਾਲ ਵਾਅਦਾ ਕੀਤਾ ਸੀਗਾ 300 ਯੂਨਿਟ ਮੁਫਤ ਬਿਜਲੀ ਦੇਣ ਦਾ। ਇਹ ਵਾਅਦਾ 1 ਜੁਲਾਈ 2020 ਤੋਂ 22 ਤੋਂ ਲਾਗੂ ਹੋ ਰਿਹਾ ਪੰਜਾਬ ਵਿੱਚ। ਜਾਨੀ ਬਜਟ ਖਤਮ ਹੋਣ ਤੋਂ ਬਾਅਦ 300 ਯੂਨਿਟ ਹਰੇਕ ਪਰਿਵਾਰ ਨੂੰ ਪੰਜਾਬ ਦੇ ਨੂੰ ਘਰੇਲੂ ਉਤਪਾਦਨ, ਘਰੇਲੂ ਜਿਹੜਾ ਹੈਗਾ ਉਹਦੀ ਖਪਤ ਉਹਦੇ ਤੇ ਮੁਫਤ ਦਿੱਤੇ ਜਾਣਗੇ। ਹੁਣ ਦੇਖਦੇ ਹਾਂ ਕਿ ਬਜਟ ਦੇ ਵਿੱਚ ਆਖਿਰਕਾਰ ਕਿਸਾਨਾਂ ਨੂੰ ਕੀ ਮਿਲਿਆ ਹੈ। ਹਾਲਾਂਕਿ ਸਰਕਾਰ ਨੇ ਸਿਹਤ ਅਤੇ ਸਿੱਖਿਆ ਤੇ ਕੇਂਦਰਿਤ ਇਹ ਬਜਟ ਰੱਖਿਆ ਹੈ, ਉਹਦੇ ਬਾਰੇ ਵੀ ਗੱਲਬਾਤ ਕਰ ਲਾਂਗੇ। ਪਰ ਕਿਸਾਨ ਵੀ ਇਸ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਨੇ ਅਤੇ ਕਿਸਾਨ ਨੇ ਜਿਹੜੇ ਉਹਨਾਂ ਤੋਂ ਬਿਨਾਂ, ਉਹਨਾਂ ਦੇ ਕੀਤੇ ਕੰਮ ਤੋਂ ਬਿਨਾਂ ਕਿਸ ਦਾ ਢਿੱਡ ਭਰ ਵੀ ਨਹੀਂ ਸਕਦਾ। ਸੋ ਬਜਟ ਦੇ ਵਿੱਚ ਕਿਸਾਨਾਂ ਨੂੰ ਕੀ ਕੁਝ ਮਿਲਿਆ। ਸੂਬਾ ਸਰਕਾਰ ਨੇ ਖੇਤੀ ਦਾ ਬਜਟ 11,560 ਕਰੋੜ ਰੁਪਏ ਰੱਖਿਆ, ਜਿਹਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਤੇ ਮੂੰਗੀ ਦੀ ਖੇਤੀ ਤੇ ਦਿੱਤੀ ਜਾਣ ਵਾਲੀ MSP ਨੂੰ ਬਜਟ
ਦਾ ਵੱਡਾ ਹਿੱਸਾ ਬਣਾਇਆ ਗਿਆ। ਸੂਬੇ ਦੇ ਵਿੱਚ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ 1500 ਰੁਪਏ ਦੇਣ ਦਾ ਐਲਾਨ ਕੀਤਾ ਸੀ। ਮੂੰਗੀ ਦੀ ਫਸਲ ਨੂੰ MSP ਤੇ ਖਰੀਦਣ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹਨਾਂ ਦੋਵਾਂ ਨੂੰ बढ़ावा देने के लिए पंजाब सरकार ने अपने बजट दे विच खास थां दित्ती। सूबा सरकार दे 11,560 करोड़ दे खेतीबाड़ी दे बजट विच झोने दी सिद्धी बिजाई लई 450 करोड़ रखे गए ने, जबकि मूंगी दी खेती ते MSP देने लई सरकार ने 66 करोड़ रुपए रखे ने। पराली साड़न नूं रोकण दे लई सूबा सरकार ने 200 करोड़ रुपए राखवें रखे ने। देखना अहम होऊगा कि आउंदे समय दे विच इस साल दे विच किसानां नूं पराली साड़न दे लई सरकार दी किन्नी क मदद मिलदी है। किसानां नूं खेती लई दित्ती जाण वाली मुफ्त बिजली लई बजट विच 6,947 करोड़ रुपए दित्ते गए ने। इंडिविजुअल क्विक फ्रीजिंग टैक्नोलॉजी फलां ते सब्जियां दे लई अमृतसर दे विच नवां क्विट फ्रीजिंग सेंटर खोलण दा भी बजट विच ऐलान कीता गया है, जिस ते 11 करोड़ रुपए दा खर्चा कीता जाऊगा। छप्पड़ दे पानी, मींह दे पानी दी साਂਭ संभाल ते धरती हेठले पानी दे रीचार्ज नूं वधाउण दे लई 4 नवीं स्कीमां भी शुरू कीतीआं गईआं ने। इन्हां ते 21 करोड़ रुपए दा खर्चा होएगा। खेती दा डिजिटलाइजेशन कीता जाएगा। ਜ਼ਮੀਨੀ ਰਿਕਾਰਡਾਂ ਨੂੰ ਡਿਜੀਟਲਾਈਜੇਸ਼ਨ ਦੇ ਜ਼ਰੀਏ ਸਾਂਭਿਆ ਜਾਵੇਗਾ। ਮੂੰਗੀ ਦੀ ਦਾਲ, ਮੂੰਗ ਦਾਲ ਦੀ ਸਰ MSP ਵੀ ਜਿਹੜੀ ਆ ਖਰੀਦਣ ਦਾ ਇਤਿਹਾਸਕ ਫੈਸਲਾ ਪਹਿਲਾਂ ਲਿਆ ਜਾ ਚੁੱਕਿਆ ਹੈ। ਸੋ ਕਿਉਂਕਿ 2 ਫਸਲੀ ਚੱਕਰਾਂ ਚੋਂ ਕੱਢਣ ਲਈ ਤੀਜੀ ਫਸਲ ਪਹਿਲੀ ਵਾਰ ਪੰਜਾਬ ਵਿੱਚ ਸਰ MSP ਤੇ ਮਿਨੀਮਮ ਸਪੋਰਟ ਪ੍ਰਾਈਸ ਤੇ ਖਰੀਦੀ ਜਾ ਰਹੀ ਹੈ। ਸਰ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਵੱਖ-ਵੱਖ ਸੰਭਾਵਨਾਵਾਂ ਅਤੇ ਹੱਲ ਲੱਭਣ ਦੇ ਲਈ ਇਸ ਬਜਟ ਵਿੱਚ 200 ਕਰੋੜ ਦੇ ਰਾਖਵੇਂ ਕਰਨ ਦੀ ਤਜਵੀਜ਼ ਰੱਖਦਾ ਹਾਂ, ਜੋ ਕਿ ਪਹਿਲਾਂ ਵਾਲੇ ਬਜਟਾਂ ਨਾਲੋਂ ਸਰ ਕਿਤੇ ਜ਼ਿਆਦਾ ਹੈ। ਕਿਸਾਨਾਂ ਨੂੰ ਸਰ ਜਿਹੜੀ ਮਿਲ ਰਹੀ ਮੁਫਤ ਬਿਜਲੀ ਸਬਸਿਡੀ ਆ ਉਹ ਜਾਰੀ ਰਹੂਗੀ। ਸਰ ਮੈਂ ਐਲਾਨ ਕਰਦਾ ਹਾਂ ਕਿ ਇਸ ਮੰਤਵ ਲਈ ਵਿੱਤੀ ਸਾਲ ਲਈ ਸਰ 6,947 ਕਰੋੜ ਰੁਪਏ ਦੇ ਬਜਟ ਦਾ ਬੰਦ ਕੀਤਾ ਗਿਆ। ਸਰ ਹੁਣ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੀ ਸਿੱਖਿਆ ਦੇ ਲਈ ਕੀ ਦਿੱਤਾ ਹੈ। ਸਿੱਖਿਆ ਬਜਟ ਦੇ ਵਿੱਚ 16% ਦਾ ਵਾਅਦਾ ਕੀਤਾ ਗਿਆ ਹੈ। ਮਾਨ ਸਰਕਾਰ ਨੇ ਚੋਣ ਐਲਾਨ ਦੇ ਮੁਤਾਬਿਕ ਬਜਟ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਹ ਵਾਅਦਾ ਕੀਤਾ ਹੈ। ਕੁਝ ਖਾਸ ਐਲਾਨ ਤੁਹਾਨੂੰ ਦੱਸ ਦਿੰਦੇ ਹਾਂ। ਸਕੂਲਾਂ ਤੇ ਉਚੇਰੀ ਸਿੱਖਿਆ ਦੇ ਲਈ 16.27% ਬਜਟ ਰੱਖਿਆ ਜਾਏਗਾ। ਤਕਨੀਕੀ ਸਿੱਖਿਆ ਲਈ 47.84 ਬਹੁਤ ਵੱਡਾ ਇਹ ਵਾਅਦਾ ਕਿਹਾ ਜਾ ਸਕਦਾ ਹੈ। ਮੈਡੀਕਲ ਸਿੱਖਿਆ ਦੇ ਵਿੱਚ 56.60% ਦਾ ਵਾਅਦਾ ਅਨਾਉਂਸ ਕੀਤਾ ਗਿਆ। ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਦੇ ਵਿੱਚ ਸੁਧਾਰ ਲਿਆਉਣ ਦੇ ਲਈ 123 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ। ਇੱਕ ਬੜੀ ਅਹਿਮ ਗੱਲ ਹੈ ਕਿ ਪੰਜਾਬ ਦੇ ਅਧਿਆਪਕਾਂ, ਪ੍ਰਿੰਸੀਪਲਾਂ ਨੂੰ ਤੇ ਜਿਹੜੇ ਹੈੱਡ ਟੀਚਰ ਨੇ ਉਹਨਾਂ ਸਾਰਿਆਂ ਨੂੰ ਹੁਣ ਵਿਦੇਸ਼ਾਂ ਦੇ ਜਿਹੜੇ ਟ੍ਰੇਨਰ ਹੈਗੇ ਨੇ ਉਹ ਟ੍ਰੇਨਿੰਗ ਦੇਣਗੇ। ਨਾਮਵਰ ਏਜੰਸੀਆਂ ਤੋਂ ਸ਼ਾਰਟ ਟਰਮ ਤੇ ਮੀਡੀਅਮ ਟਰਮ ਸਿਖਲਾਈ ਦੇ ਲਈ ਸਰਕਾਰ ਨੇ 30 ਕਰੋੜ ਰੁਪਏ ਰੱਖੇ ਨੇ। ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ 100 ਮੌਜੂਦਾ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦੇ ਵਜੋਂ ਸਥਾਪਿਤ ਕੀਤਾ ਜਾਏਗਾ, ਅਪਗ੍ਰੇਡ ਕੀਤਾ ਜਾਏਗਾ। ਇਹਦੇ ਲਈ 200 ਕਰੋੜ ਰੁਪਏ ਦਾ ਖਰਚਾ ਆਏਗਾ। ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਡਿਜੀਟਲ ਕਲਾਸਰੂਮ, ਉਪਕਰਨ, ਲੈਬਸ, ਵੋਕੇਸ਼ਨਲ ਸਿਖਲਾਈ ਹਾਸਲ ਸਟਾਫ ਤੇ ਸਪਲਾਈ ਸਟਾਫ ਹੋਣਗੇ। ਇੱਕ ਹੋਰ ਵੱਡੀ ਖਬਰ ਹੈ ਕਿ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਨੂੰ ਹੁਣ ਅੰਕਾਂ ਦੇ ਆਧਾਰ ਤੇ ਵਜ਼ੀਫਾ ਸਕੀਮ ਦਿੱਤੀ ਜਾਏਗੀ, ਨਾ ਕਿ ਜਾਤ ਦੇ ਆਧਾਰ ਦੇ ਉੱਤੇ। ਇਹਨਾਂ ਨੂੰ ਰਾਖਵਾਂਕਰਨ, ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਵੀ ਰਾਖਵਾਂਕਰਨ ਹੁਣ ਮਿਲੇਗਾ, ਪਰ ਜੇ ਉਹ ਮੈਰਿਟ ਲਿਸਟ ਦੇ ਵਿੱਚ ਹੋਣਗੇ। ਇਹਦੇ ਲਈ ਵੀ 30 ਕਰੋੜ ਰੱਖੇ ਗਏ ਨੇ। ਸਰਕਾਰੀ ਸਕੂਲਾਂ ਦੇ ਵਿੱਚ ਰੂਫ ਟਾਪ ਤੇ ਸੋਲਰ ਪੈਨਲ ਲਾਏ ਜਾਣਗੇ। ਸੋਲਰ ਪਲਾਂਟ ਦੇ ਲਈ 100 ਕਰੋੜ ਦਾ ਖਰਚਾ ਸਰਕਾਰ ਕਰੇਗੀ। ਸਰਕਾਰੀ ਸਕੂਲਾਂ ਦੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ 4 ਦੀਵਾਰੀ ਅਤੇ ਹੋਰ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਕੀਤੀ ਜਾਏਗੀ। ਇਹਦੇ ਲਈ 424 ਕਰੋੜ ਰੁਪਏ ਰੱਖੇ ਜਾਣਗੇ। ਵਿਦਿਆਰਥੀਆਂ ਦੀ ਵਰਦੀ ਦੇ ਲਈ 23 ਕਰੋੜ ਰੁਪਏ ਰੱਖੇ ਗਏ ਨੇ। ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੀਆਂ ਸਾਰੀਆਂ ਲੜਕੀਆਂ ਨੂੰ ਵਰਦੀ ਮਿਲਦੀ ਸੀ। SC ST BPL ਮੁੰਡਿਆਂ ਨੂੰ ਵੀ ਵਰਦੀ ਮਿਲਦੀ ਸੀ, ਪਰ ਹੁਣ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਹਰੇਕ ਵਿਦਿਆਰਥੀ ਨੂੰ ਬਿਨਾਂ ਉਸਦਾ ਜਿਹੜਾ ਜਾਤ ਪਾਤ ਜਾਣੇ, ਉਸਦਾ ਵਰਗ ਜਾਣੇ, ਬਿਨਾਂ ਕਿਸੇ ਭੇਦਭਾਵ ਤੋਂ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਵਰਦੀ ਮਿਲੇਗੀ ਸਰਕਾਰੀ ਸਕੂਲਾਂ ਦੇ ਵਿੱਚ। ਪੰਜਾਬੀ ਨੌਜਵਾਨਾਂ ਦੇ ਲਈ ਉਦਮੀ ਪ੍ਰੋਗਰਾਮ ਤਹਿਤ 50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਅਧੀਨ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਟਾਰਟਅਪ ਪ੍ਰੋਗਰਾਮ ਦੇ ਤਹਿਤ 2-2000 ਰੁਪਏ ਦਿੱਤੇ ਜਾਣਗੇ। ਮਿਡ ਡੇ ਮੀਲ ਦੇ ਵਿੱਚ 35% ਦਾ ਵਾਅਦਾ ਕਰ ਦਿੱਤਾ ਗਿਆ। 17 ਲੱਖ ਵਿਦਿਆਰਥੀਆਂ ਦੇ ਲਈ 423 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ। ਵਿੱਤੀ ਸੰਕਟ ਚੋਂ ਗੁਜ਼ਰ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵੀ 200 ਕਰੋੜ ਰੁਪਏ ਦੀ ਗ੍ਰਾਂਟ ਹੈ ਜਿਹੜੀ ਉਹ ਸਰਕਾਰ ਦੇਵੇਗੀ। 9 ਜ਼ਿਲ੍ਹਿਆਂ ਦੀਆਂ ਮੌਜੂਦਾ ਲਾਇਬ੍ਰੇਰੀਆਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ 30 ਕਰੋੜ ਰੁਪਏ ਅਨਾਉਂਸ ਕੀਤੇ ਗਏ ਨੇ। ਭਾਰਤ ਅਤੇ ਵਿਦੇਸ਼ ਦੀਆਂ ਨਾਮਵਰ ਏਜੰਸੀਆਂ ਸੰਸਥਾਵਾਂ ਦੁਆਰਾ ਸ਼ਾਰਟ ਟਰਮ ਤੇ ਮੀਡੀਅਮ ਟਰਮ ਦੀ ਟ੍ਰੇਨਿੰਗ ਦੇਣ ਦੇ ਲਈ ਸਰ 30 ਕਰੋੜ ਰੁਪਏ ਇਸ ਕੰਮ ਲਈ ਪੰਜਾਬ ਸਰਕਾਰ ਨੇ ਰਾਖਵੇਂ ਰੱਖੇ ਹਨ। ਸੋ ਇਹ ਬਹੁਤ ਵੱਡਾ ਸਰ ਇੱਕ ਐਜੂਕੇਸ਼ਨ ਦੇ ਪ੍ਰਤੀ
ਸਟੈਪ ਹੈ ਸਰ। 500 ਸਕੂਲਾਂ ਵਿੱਚ ਅਤੀ ਆਧੁਨਿਕ ਡਿਜੀਟਲ ਕਲਾਸਰੂਮ ਸਥਾਪਿਤ ਕਰਨ ਦੇ ਲਈ ਇਸ ਵਿੱਤੀ ਸਾਲ ਦੇ ਦੌਰਾਨ 40 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਹੈ ਸਰ। ਮੁੱਖ ਮੰਤਰੀ ਸਾਹਿਬ ਮਾਨਯੋਗ ਭਗਵੰਤ ਸਿੰਘ ਮਾਨ ਜੀ ਨੇ ਇੱਕ ਨਵੀਂ ਜਿਹੜੀ ਸਕੀਮ ਆ ਬੱਚਿਆਂ ਦੇ ਲਈ ਸ਼ੁਰੂ ਕੀਤੀ ਆ, CM ਸਕਾਲਰਸ਼ਿਪ ਟੂ ਜਨਰਲ ਕੈਟਾਗਰੀ ਸਟੂਡੈਂਟ ਫਾਰ ਗਿਵਿੰਗ ਕੰਸੈਸ਼ਨ ਇਨ ਯੂਨੀਵਰਸਿਟੀ ਫੀਸ। ਯੂਨੀਵਰਸਿਟੀ ਨੇ ਫੀਸਾਂ ਦੇ ਵਿੱਚ ਜਨਰਲ ਕੈਟਾਗਰੀ ਦੇ ਬੱਚਿਆਂ ਨੂੰ ਜਿਹੜਾ ਹੈਗਾ ਸਰ ਉਹ ਵਜ਼ੀਫਾ ਦੇਣ ਦੀ ਸ਼ੁਰੂ ਕੀਤੀ ਗਈ ਹੈ। ਸੋ ਇਸ ਸਕੀਮ ਦੇ ਲਈ ਸਰ 30 ਕਰੋੜ ਰੁਪਏ ਦੇ ਰਾਖਵੇਂਕਰਨ ਦਾ ਪ੍ਰਬੰਧ ਕੀਤਾ ਗਿਆ ਹੈਗਾ ਔਰ ਇਸ ਦੇ ਨਾਲ ਸਰ ਖਾਸ ਕਰਕੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਪ੍ਰਾਪਤ ਅੰਕਾਂ ਦੇ ਆਧਾਰ ਤੇ ਸਰ ਪ੍ਰਾਪਤ ਅੰਕਾਂ ਦੇ ਆਧਾਰ ਤੇ ਫੀਸ ਵਿੱਚ ਰਿਆਇਤ ਵਜੋਂ ਜਿਹੜੀ ਆ ਵਜ਼ੀਫਾ ਰਾਸ਼ੀ ਜਿਹੜੀ ਆ ਉਹ ਪ੍ਰਦਾਨ ਕੀਤੀ ਜਾਊਗੀ। ਖੇਤੀਬਾੜੀ ਤੇ ਸਿੱਖਿਆ ਤੋਂ ਬਾਅਦ ਹੁਣ ਸਿਹਤ ਦੀ ਜੇ ਗੱਲ ਕਰ ਲਈਏ ਤਾਂ ਸਿਹਤ ਦੇ ਲਈ ਸਰਕਾਰ ਨੇ ਕੀ ਕੀਤਾ ਹੈ ਉਹ ਤੁਹਾਨੂੰ ਦੱਸਦੇ ਹਾਂ ਕਿ ਸਿੱਖਿਆ ਦੇ ਬਜਟ ਵਿੱਚ ਤਾਂ ਮਾਨ ਸਰਕਾਰ ਨੇ 16% ਵਾਧਾ ਕੀਤਾ ਸੀ। ਸਿਹਤ ਦੇ ਬਜਟ ਵਿੱਚ 23% ਵਾਧਾ ਕਰਨ ਦਾ ਦਾਅਵਾ ਕੀਤਾ ਹੈ। ਅਗਲੇ 5 ਸਾਲਾਂ ਦੇ ਵਿੱਚ ਪੰਜਾਬ 'ਚ 16 ਮੈਡੀਕਲ ਕਾਲਜ ਖੋਲ੍ਹਣ ਦਾ ਵੀ ਫੈਸਲਾ ਲਿਆ, ਜਿਹਦੇ ਵਿੱਚ ਸੰਤ ਅਤਰ ਸਿੰਘ ਜੀ ਦੀ ਯਾਦ ਦੇ ਵਿੱਚ ਸੰਗਰੂਰ ਦੇ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਫੈਸਲਾ ਲਿਆ ਗਿਆ। ਸੂਬਾ ਸਰਕਾਰ ਮੌਜੂਦਾ ਵਿੱਤੀ ਸਾਲ ਦੇ ਵਿੱਚ 4731 ਕਰੋੜ ਰੁਪਏ ਸਿਹਤ ਤੇ ਖਰਚ ਕਰੇਗੀ। ਇਸ ਸਾਲ 117 ਮੁਹੱਲਾ ਕਲੀਨਿਕ ਖੋਲੇ ਜਾਣਗੇ। 15 ਅਗਸਤ ਨੂੰ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਏਗੀ। ਫਰਿਸ਼ਤਾ ਸਕੀਮ ਸ਼ੁਰੂ ਹੋਏਗੀ, ਜਿਹਦੇ ਤਹਿਤ ਕੋਈ ਵੀ ਸ਼ਖਸ ਸੂਬੇ ਦੇ ਵਿੱਚ ਕਿਸੇ ਵੀ ਹਸਪਤਾਲ ਦੇ ਵਿੱਚ ਸੜਕੀ ਦੁਰਘਟਨਾ ਦੇ ਨਾਲ ਪੀੜਤ ਵਿਅਕਤੀ ਨੂੰ ਦਾਖਲ ਕਰਵਾ ਸਕਦਾ ਹੈ। ਸਰਕਾਰ ਸਾਰਾ ਖਰਚਾ ਚੁੱਕੂਗੀ। ਪਟਿਆਲਾ ਤੇ ਫਰੀਦਕੋਟ ਦੇ ਵਿੱਚ 2 ਸੁਪਰ ਸਪੈਸ਼ਲਿਸਟ ਹਸਪਤਾਲ ਸਥਾਪਿਤ ਕੀਤੇ ਜਾਣਗੇ। 2027 ਤੱਕ 3 ਹੋਰ ਹਸਪਤਾਲ ਸ਼ੁਰੂ ਹੋ ਜਾਣਗੇ। ਮੈਡੀਕਲ ਸਿੱਖਿਆ ਦੇ ਲਈ ਵੀ ਬਜਟ ਰੱਖਿਆ ਗਿਆ ਹੈ। 5 ਸਾਲਾਂ ਦੇ ਵਿੱਚ 16 ਮੈਡੀਕਲ ਕਾਲਜ ਸੂਬੇ ਦੇ ਵਿੱਚ ਖੋਲੇ ਜਾਣਗੇ। ਗਿਣਤੀ ਬਹੁਤ ਵੱਡੀ ਹੈ ਕਿਉਂਕਿ ਮੌਜੂਦਾ ਸਮੇਂ ਸਿਰਫ 3 ਮੈਡੀਕਲ ਕਾਲਜ ਨੇ, ਉਹ ਵੀ ਲੰਗੜੇ ਹੋ ਕੇ ਚੱਲ ਰਹੇ ਨੇ। ਉਹਨਾਂ ਦੇ ਉੱਤੇ ਸਰਕਾਰਾਂ ਦਾ ਕੋਈ ਧਿਆਨ ਨਹੀਂ ਜਾਂਦਾ। ਖੈਰ, ਮੈਡੀਕਲ ਸਿੱਖਿਆ ਦੇ ਲਈ 1033 ਕਰੋੜ ਰੁਪਏ ਰੱਖੇ ਗਏ ਨੇ। ਪਿਛਲੇ ਸਾਲ ਦੇ ਮੁਕਾਬਲੇ 56.60% ਵਾਧੇ ਦਾ ਦਾਅਵਾ ਕੀਤਾ ਗਿਆ ਹੈ। ਮੌਜੂਦਾ ਕਾਲਜਾਂ ਦੇ ਵਿੱਚ MBBS ਦੀਆਂ ਸੀਟਾਂ ਦੇ ਵਿੱਚ ਵੀ ਵਾਧਾ ਕੀਤੇ ਜਾਣ ਦਾ ਇਸ ਬਜਟ ਦੇ ਵਿੱਚ ਐਲਾਨ ਕੀਤਾ ਗਿਆ ਹੈ। ਤਜਵੀਜ਼ ਰੱਖੀ ਗਈ ਹੈ। ਸੜਕ ਹਾਦਸਿਆਂ ਦੇ ਪੀੜਤਾਂ ਦਾ ਮੁਫਤ ਇਲਾਜ ਹੋਵੇਗਾ ਸਰ ਅਤੇ ਸਾਰਾ ਖਰਚਾ ਪੰਜਾਬ ਸਰਕਾਰ ਉਠਾਏਗੀ ਸਰ। ਇਸ ਦੇ ਨਾਲ ਨਾਲ ਸਰ ਜਿਹੜਾ ਉਸ ਇੰਜਰਡ ਨੂੰ, ਉਸ ਪੇਸ਼ੈਂਟ ਨੂੰ ਜਿਹੜਾ ਉਠਾ ਕੇ ਲੈ ਕੇ ਜਾਊਗਾ, ਚੱਕ ਕੇ ਲੈ ਕੇ ਜਾਊਗਾ ਸਰ, ਸਰਕਾਰ ਉਸ ਨੂੰ ਵੀ ਜਿਹੜਾ ਸਨਮਾਨਿਤ ਕਰੇਗੀ। ਸਾਲ 2027 ਤੱਕ ਸਰ 3 ਹੋਰ ਸੁਪਰ ਸਪੈਸ਼ਲਿਸਟ ਜਿਹੜੇ ਹਸਪੀਟਲ ਨੇ ਉਹ ਪੰਜਾਬ ਵਿੱਚ ਸ਼ੁਰੂ ਕੀਤੇ ਜਾਣਗੇ। ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੀ ਬਜਟ ਦੇ ਵਿੱਚ ਐਲਾਨ ਕੀਤਾ ਗਿਆ ਹੈ। ਉੱਭਰਦੇ ਅਤੇ ਉੱਤਮ ਖਿਡਾਰੀਆਂ ਦੇ ਲਈ 25 ਕਰੋੜ ਦੇ ਨਾਲ 2 ਸਕੀਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਲੌਂਗੋਵਾਲ ਸੁਨਾਮ ਦੇ ਵਿੱਚ ਉੱਚ ਪੱਧਰੀ ਸਟੇਡੀਅਮ ਸਥਾਪਿਤ ਕੀਤੇ ਜਾਣਗੇ। ਪੁਰਾਣੇ ਸਟੇਡੀਅਮਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਹੁਣ ਸਭ ਤੋਂ ਅਹਿਮ ਗੱਲ ਰੁਜ਼ਗਾਰ ਦੀ ਜੇ ਗੱਲ ਕਰ ਲਈਏ ਤਾਂ ਰੁਜ਼ਗਾਰ ਸਿਰਜਣ ਅਤੇ ਹੁਨਰ ਵਿਕਾਸ ਬਾਰੇ ਵੀ ਐਲਾਨ ਕੀਤਾ ਗਿਆ। 26,454 ਮੁਲਾਜ਼ਮਾਂ ਦੀ ਭਰਤੀ ਲਈ 714 ਕਰੋੜ ਦਾ ਬਜਟ ਰੱਖਿਆ ਗਿਆ ਤੇ ਉਹੀ ਭਰਤੀਆਂ ਨੇ ਜਿਨ੍ਹਾਂ ਦਾ ਸਰਕਾਰ ਨੇ ਪਿੱਛੇ ਜਿਹੇ ਐਲਾਨ ਕੀਤਾ। 36,000 ਠੇਕੇ ਤੇ ਰੱਖੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ 540 ਕਰੋੜ ਦਾ ਬਜਟ ਰੱਖਿਆ ਗਿਆ ਹੈ। ਉਦਯੋਗ ਤੇ ਵਣਜ ਬਾਰੇ ਵੀ ਐਲਾਨ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਲਈ ਵੀ ਵਿਸ਼ੇਸ਼ ਫੰਡਾਂ ਦਾ ਐਲਾਨ ਸਰਕਾਰ ਨੇ ਕੀਤਾ ਹੈ। ਪੁਲਿਸ ਬਲਾਂ ਦੇ ਆਧੁਨਿਕੀਕਰਨ ਦੇ ਲਈ 108 ਕਰੋੜ ਰੁਪਏ, ਸਾਈਬਰ ਕ੍ਰਾਈਮ ਕੰਟਰੋਲ ਰੂਮਾਂ ਦੀ ਸਥਾਪਨਾ ਲਈ 30 ਕਰੋੜ ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਪੁਲਿਸ ਮਹਿਲਾ ਮਿੱਤਰ ਕੇਂਦਰਾਂ ਦੇ ਲਈ ਵੀ 5 ਕਰੋੜ ਦੇ ਬਜਟ ਦਾ ਐਲਾਨ ਕਰ ਚੁੱਕੀ ਹੈ। ਜੇਲ੍ਹਾਂ ਦੀਆਂ ਸਹੂਲਤਾਂ ਦੇ ਲਈ 10 ਕਰੋੜ ਦਾ ਐਲਾਨ ਕੀਤਾ ਗਿਆ ਹੈ। ਸਮਾਜ ਭਲਾਈ ਦੀਆਂ ਵੀ ਕਈ ਸਕੀਮਾਂ ਐਲਾਨੀਆਂ ਗਈਆਂ ਨੇ ਅਤੇ ਸਵੱਛ ਭਾਰਤ ਮਿਸ਼ਨ ਸ਼ਹਿਰੀ ਦੇ ਲਈ 180 ਕਰੋੜ ਦਾ ਬਜਟ ਰੱਖਿਆ ਗਿਆ ਹੈ। ਸ਼ਹੀਦਾਂ ਦੇ ਪਰਿਵਾਰਾਂ ਦੀ ਰੱਖਿਆ ਭਲਾਈ ਲਈ 130 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਨੇ। ਪਿਛਲੇ ਸਾਲ ਤੋਂ 11% ਵਾਧਾ ਜਿਹੜਾ ਇਸ ਬਜਟ ਦੇ ਵਿੱਚ ਕੀਤਾ ਗਿਆ ਹੈ। ਕੁੱਲ ਮਿਲਾ ਕੇ ਸਰਕਾਰ ਨੇ ਜਨਤਾ ਬਜਟ ਇਸ ਬਜਟ ਨੂੰ ਨਾਮ ਦਿੱਤਾ ਹੈ। ਜਨਤਾ ਬਜਟ ਦਾ ਨਾਮ ਦੇ ਕੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਜੋ ਲੋਕਾਂ ਦੀਆਂ ਮੰਗਾਂ ਸਨ ਉਹ ਅਸੀਂ ਇਸ ਬਜਟ ਦੇ ਵਿੱਚ ਪੂਰੀਆਂ ਕੀਤੀਆਂ ਨੇ। ਲੋਕਾਂ ਦੇ ਕਹੇ ਮੁਤਾਬਿਕ ਇਹ ਬਜਟ ਹੈ ਜਿਹੜਾ ਬਣਾਇਆ ਗਿਆ ਹੈ। ਬਜਟ ਪੇਸ਼ ਕਰਨ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਦੂਸਰੇ ਦਿਨ ਦੇ ਲਈ ਸਮਾਪਤ ਹੋ ਗਿਆ, ਮੁਲਤਵੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਪਿਛਲੀਆਂ ਸਰਕਾਰਾਂ ਦੇ ਨਾਲੋਂ ਕਾਫੀ ਚੰਗਾ ਬਜਟ ਦੱਸਿਆ। ਚੀਮਾ ਨੇ ਕਿਹਾ ਕਿ ਬੇਲੋੜੀਆਂ ਤੇ ਫਜ਼ੂਲ ਖਰਚੀਆਂ ਬੰਦ ਹੋਣਗੀਆਂ। ਆਮ ਆਦਮੀ ਪਾਰਟੀ ਨੇ ਕਹਿੰਦੇ ਪੰਜਾਬ ਵਾਸੀਆਂ ਦੇ ਲਈ 5 ਗਰੰਟੀਆਂ ਦਾ ਐਲਾਨ ਕੀਤਾ ਸੀ। ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ 4 ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ, ਸਿਰਫ 1 ਗਰੰਟੀ ਬਚੀ ਹੈ।
ਜਿਹਨੂੰ ਅਸੀਂ ਜਲਦੀ ਪੂਰਾ ਕਰਾਂਗੇ। ਉਦੋਂ ਉਹਨਾਂ ਨੇ ਕਿਹਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ 1000 ਰੁਪਏ ਮੁਫਤ ਬੀਬੀਆਂ ਦੇ ਲਈ ਜਿਹੜੇ ਦੇਣੇ ਸੀ, ਹਰ ਮਹੀਨੇ 1000 ਰੁਪਏ ਫ੍ਰੀ ਦੇ ਜਿਹੜੇ ਪੈਸੇ ਉਹ ਕਿਉਂ ਨਹੀਂ ਐਲਾਨੇ ਗਏ, ਤਾਂ ਉਹਨਾਂ ਨੇ ਕਿਹਾ ਕਿ ਔਰਤਾਂ ਨੂੰ 1000 ਰੁਪਏ ਮੁਫਤ ਦੇ ਲਈ ਥੋੜਾ ਇੰਤਜ਼ਾਰ ਕਰਨਾ ਪਏਗਾ। ਯਾਨੀ ਕਿ ਔਰਤਾਂ ਨੂੰ ਹਲੇ ਇਸ ਵਿੱਤੀ ਸਾਲ ਦੇ ਵਿੱਚ ਤਾਂ 1000 ਰੁਪਏ ਮਿਲਦੇ ਦਿੰਦੇ ਨਹੀਂ ਹੈਗੇ। ਸੋ ਚੀਮਾ ਨੇ ਦਾਅਵਾ ਕੀਤਾ ਕਿ 4 ਗਰੰਟੀਆਂ ਪੂਰੀਆਂ ਹੋ ਚੁੱਕੀਆਂ ਨੇ। ਮੁਫਤ ਬਿਜਲੀ, ਚੰਗੀ ਸਿਹਤ, ਚੰਗੀ ਸਿੱਖਿਆ, ਸਿਹਤ ਸੇਵਾਵਾਂ ਤੇ ਸ਼ਹੀਦ ਹੋਣ ਵਾਲੇ ਫੌਜੀਆਂ ਦੀਆਂ ਜਿਹੜੀਆਂ ਐਕਸ ਗ੍ਰੇਸ਼ੀਆ ਗ੍ਰਾਂਟਾਂ ਵਧਾਈਆਂ ਗਈਆਂ ਨੇ, ਉਹਨਾਂ ਨੂੰ ਗਿਣਵਾਇਆ ਇਹਨਾਂ ਨੇ 4 ਗਰੰਟੀਆਂ ਦੇ ਵਿੱਚ। ਚੀਮਾ ਨੇ ਦਾਅਵਾ ਕੀਤਾ ਕਿ ਸਾਡੀ ਸਰਕਾਰ ਨੇ ਹੁਣ ਤੱਕ ਸਿਰਫ 8000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਪੰਜਾਬ ਦਾ ਖਜ਼ਾਨਾ ਸਾਂਭਾਂਗੇ। ਪਰ ਜੇ ਅੰਕੜਾ ਆਪਾਂ ਦੇਖ ਲਈਏ, 8000 ਕਰੋੜ 3 ਮਹੀਨਿਆਂ ਦੇ ਵਿੱਚ ਕਰਜ਼ਾ ਲੈ ਲਿਆ ਗਿਆ ਹੈ ਤੇ ਸਰਕਾਰ ਦੇ ਸਿਰ, ਪੰਜਾਬ ਦੇ ਸਿਰ ਖਜ਼ਾਨੇ ਦੇ ਉੱਤੇ 3.25 ਲੱਖ ਕਰੋੜ ਕਰਜ਼ੇ ਦਾ ਬੋਝ ਹੈ। ਆਸ ਕਰਦੇ ਹਾਂ ਕਿ ਸਰਕਾਰ ਜਿਵੇਂ ਕਹਿੰਦੀ ਹੈ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਪੰਜਾਬ ਦਾ ਖਜ਼ਾਨਾ ਉਹ ਭਰ ਦਿਆਂਗੇ, ਜਿਹੜਾ ਸਾਰਾ ਕਰਜ਼ਾ ਹੈ ਉਹ ਵੀ ਉਤਾਰ ਦਿਆਂਗੇ। ਇਹਦੇ ਲਈ ਜ਼ਰੂਰ ਅਰਦਾਸ ਕਰਾਂਗੇ, ਆਸ ਕਰਾਂਗੇ ਕਿ ਪੰਜਾਬ ਕਰਜ਼ਾ ਮੁਕਤ ਹੋਏ, ਆਪਣੇ ਪੈਰਾਂ ਸਿਰ ਆਪ ਖੜਾ ਹੋਵੇ ਤੇ ਉਸ ਤੋਂ ਬਾਅਦ ਇੱਕ ਖੁਸ਼ਹਾਲ ਸੂਬਾ ਬਣੇ। ਬਿਲਕੁਲ ਇੱਕ ਗਰੰਟੀ ਬਚੀ ਆ, ਬੜੀ ਜਲਦੀ ਜਦੋਂ ਅਸੀਂ ਸਾਡੀ ਆਰਥਿਕਤਾ ਜਿਹੜੀ ਕਿ ਡਗਮਗਾ ਗਈ ਸੀ, ਜਿਹੜੀ ਕਿ ਲੀਹੋਂ ਲੁੱਥ ਗਈ ਸੀ, ਤੁਹਾਨੂੰ ਸਭ ਨੂੰ ਪਤਾ ਗਾ, ਉਹਨੂੰ ਅਸੀਂ ਲਈ ਤੇ ਲੈ ਕੇ ਆ ਰਹੇ ਹਾਂ। ਜਦੋਂ ਬਿਲਕੁਲ ਇਸ ਗਰੰਟੀ ਨੂੰ ਪੂਰਾ ਕਰਾਂਗੇ ਔਰ ਬੜੀ ਜਲਦੀ ਪੂਰਾ ਕਰਾਂਗੇ ਔਰ ਉਹਦੇ ਲਈ ਅਸੀਂ ਆਪਣੇ ਫੰਡ ਦੀ ਕਰ ਰਹੇ ਹਾਂ। ਬਿਲਕੁਲ ਇੱਕ ਗਰੰਟੀ ਬਚੀ ਆ, ਬੜੀ ਜਲਦੀ ਜਦੋਂ ਅਸੀਂ ਸਾਡੀ ਆਰਥਿਕਤਾ ਜਿਹੜੀ ਕਿ ਡਗਮਗਾ ਗਈ ਸੀ, ਜਿਹੜੀ ਕਿ ਲੀਹੋਂ ਲੁੱਥ ਗਈ ਸੀ, ਤੁਹਾਨੂੰ ਸਭ ਨੂੰ ਪਤਾ ਗਾ, ਉਹਨੂੰ ਅਸੀਂ ਲਈ ਤੇ ਲੈ ਕੇ ਆ ਰਹੇ ਹਾਂ। ਜਦੋਂ ਬਿਲਕੁਲ ਇਸ ਗਰੰਟੀ ਨੂੰ ਪੂਰਾ ਕਰਾਂਗੇ ਔਰ ਬੜੀ ਜਲਦੀ ਪੂਰਾ ਕਰਾਂਗੇ ਔਰ ਉਹਦੇ ਲਈ ਅਸੀਂ ਆਪਣੇ ਫੰਡ ਦੀ ਕਰ ਰਹੇ ਹਾਂ। ਸੋ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰ ਦਿੱਤਾ ਹੈ। ਹੁਣ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੇ ਵਿੱਚ, ਯਾਨੀ ਕਿ ਸੈਸ਼ਨ ਦੇ ਅਗਲੇ ਦਿਨ ਇਸ ਬਜਟ ਦੇ ਉੱਤੇ ਵਿਚਾਰ ਚਰਚਾ ਹੋਏਗੀ। ਵਿਰੋਧੀ ਧਿਰ ਹੈ ਜਿਹੜੀ ਉਹ ਇਸ ਤੇ ਵਿਚਾਰ ਚਰਚਾ ਕਰਨਾ ਚਾਹੁੰਦੀ ਹੈ, ਪਰ ਦੇਖੋ ਕਿ ਹੁੰਦੀ ਹੈ ਵਿਚਾਰ ਕਿ ਨਹੀਂ ਹੁੰਦੀ, ਕਿਉਂਕਿ ਸਿਰਫ 30 ਜੂਨ ਤੱਕ ਹੀ ਬਜਟ ਸੈਸ਼ਨ ਹੈ ਤੇ 28 ਜੂਨ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਪਹਿਰੇ 2:30 ਵਜੇ ਕੈਬਨਿਟ ਦੀ ਬੈਠਕ ਵੀ ਸੱਦ ਲਈ ਹੈ। ਸੋ ਬਜਟ ਜਿਹੜਾ ਪੇਸ਼ ਕੀਤਾ ਗਿਆ ਉਸ ਨੂੰ ਲੈ ਕੇ ਵਿਰੋਧੀਆਂ ਦੇ ਕੀ ਵਿਚਾਰ ਨੇ, ਕੀ ਰਿਐਕਸ਼ਨ ਦਿੱਤੇ ਨੇ, ਉਹ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡੇ ਰੂਪ ਦੇ ਵਿੱਚ ਵਿਰੋਧੀਆਂ ਨੇ ਘੇਰਿਆ ਹੈ 1000 ਰੁਪਏ ਜਿਹੜੇ ਬੀਬੀਆਂ ਨੂੰ ਮੁਫਤ ਦਿੱਤੇ ਜਾਣੇ ਸੀ, ਉਸ ਨੂੰ ਲੈ ਕੇ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੋਕ ਵਿਰੋਧੀ ਬਜਟ ਦੱਸਿਆ। ਦਾਅਵਾ ਕੀਤਾ ਕਿ ਸਰਕਾਰ ਜਨਤਾ ਵਾਸਤੇ ਕੋਈ ਨਵੀਂ ਸਕੀਮ ਨਹੀਂ ਲੈ ਕੇ ਆਈ, ਸਗੋਂ ਇਹ ਸਾਰੇ ਕੰਮ ਪਿਛਲੀਆਂ ਸਰਕਾਰਾਂ ਦੇ ਕੀਤੇ ਹੋਏ ਨੇ। ਸਰਕਾਰ ਨੇ ਕਹਿੰਦੇ ਨਵੇਂ ਬੱਸ ਅੱਡਿਆਂ ਦੀ ਗੱਲ ਕੀਤੀ ਹੈ, ਪਰ ਇਹਨਾਂ ਦੇ ਟੈਂਡਰ ਵੀ ਸਾਡੀ ਸਰਕਾਰ ਵੇਲੇ ਪਾਸ ਹੋਏ ਸੀ। 1000 ਰੁਪਏ ਔਰਤਾਂ ਨੂੰ ਦੇਣ ਦਾ ਐਲਾਨ ਕੀਤਾ ਸੀ, ਪਰ ਬਜਟ ਦੇ ਵਿੱਚ ਇਸ ਦਾ ਜ਼ਿਕਰ ਤੱਕ ਨਹੀਂ ਹੋਇਆ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਉਹਨਾਂ ਦੀ ਧੀ ਏਕਮ ਵੜਿੰਗ ਵੀ ਪਹੁੰਚੀ ਹੋਈ ਸੀ। ਉਸਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ। ਏਕਮ ਨੇ ਵੀ ਇਹੀ ਰੋਸਾ ਜ਼ਾਹਿਰ ਕੀਤਾ ਕਿ ਉਸਨੂੰ ਪੂਰੀ ਆਸ ਸੀ ਕਿ ਔਰਤਾਂ ਨੇ ਜਿਸ ਗੱਲ ਨੂੰ ਲੈ ਕੇ ਸਰਕਾਰ ਨੂੰ ਵੋਟਾਂ ਪਾਈਆਂ ਨੇ ਉਹ ਤਾਂ ਸਰਕਾਰ ਜ਼ਰੂਰ ਪੂਰਾ ਕਰੇਗੀ ਆਪਣੇ ਪਹਿਲੇ ਬਜਟ ਦੇ ਵਿੱਚ, ਪਰ ਅਜਿਹਾ ਕੁਝ ਨਹੀਂ ਹੋਇਆ। ਕਾਂਗਰਸ ਲੀਡਰ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਬਜਟ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜੀਆਂ ਗਰੰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀਆਂ ਸੀ ਉਹਨਾਂ ਦਾ ਕਿਤੇ ਜ਼ਿਕਰ ਤੱਕ ਨਹੀਂ ਹੈ। 1000 ਰੁਪਏ ਨੂੰ ਲੈ ਕੇ ਬਾਜਵਾ ਨੇ ਵੀ ਸਰਕਾਰ ਨੂੰ ਘੇਰਿਆ ਹੈ। ਹੁਣ 117 ਦੀ ਪੱਟੀ ਕਰਨ ਵਾਸਤੇ, ਟੈਂਚਰ ਆਈਡੀਨ ਲਾਉਣ ਵਾਸਤੇ, ਇੰਜੈਕਸ਼ਨ ਲਾਉਣ ਵਾਸਤੇ ਦਿੱਤੀਆਂ। ਇਹ ਵੀ ਨਿਰੀ ਮੂੰਹ ਪੋਛੀ ਗੱਲ ਕਹਿਣ ਨੂੰ ਕਿ ਅਸੀਂ ਸ਼ੁਰੂ ਕਰਤੀ। ਸੋ ਕੁਝ ਇਹਦੇ ਵਿੱਚ ਹੈ ਨਹੀਂ। ਕੱਲ ਜੋ ਇਹਨਾਂ ਦਾ ਜਮਰੌਦ ਦਾ ਕਿਹੜਾ ਕੱਲ ਦਾ ਢੱਠਿਆ, ਅੱਜ ਵਿਚਾਰੇ ਐ ਬੈਠੇ ਸੀ ਸਾਰੇ ਜਿਸ ਤਰ੍ਹਾਂ ਕੋਈ ਵਿਚਾਰੇ ਕੋਈ ਅਫਸੋਸ ਤੇ ਬੈਠੇ ਹੁੰਦੇ ਨੇ। 3 ਵਾਰ ਸੀਐਮ ਸਾਹਿਬ ਵਿਚਾਰੇ ਪਤਾ ਨਹੀਂ ਬਾਹਰ ਕੀ ਉੱਠ ਕੇ ਕਰਨ, ਪਾਣੀ ਪੀਣ ਗਏ ਸੀ ਕਿ ਕੀ ਪੀਣ ਗਏ ਸੀ। 3 ਵਾਰ ਉੱਠ ਕੇ ਗਏ, ਫਿਰ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਕਿ ਬਹਿ ਜਾਓ, ਅਜੇ ਕੋਈ ਗੱਲ ਨਹੀਂ, ਅਜੇ ਤੇ 3 ਮਹੀਨੇ ਹੀ ਗੁਜ਼ਰੇ ਨੇ, ਅਜੇ ਕਈ ਕੁਝ ਹੋਣਾ ਤੁਹਾਡੇ ਨਾਲ। ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕੀਤੇ ਨੇ। ਖਹਿਰਾ ਕਹਿੰਦੇ ਮੈਂ ਹੈਰਾਨ ਆ ਕਿ ਕਿਉਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਫਤ ਆਟਾ ਡਿਲੀਵਰੀ ਤੇ 497 ਕਰੋੜ ਰੁਪਏ ਖਰਚ ਕਰ ਰਹੇ ਨੇ, ਜਦਕਿ ਲੋਕਾਂ ਨੇ ਇਹ ਕੁਝ ਮੰਗਿਆ ਹੀ ਨਹੀਂ ਹੈ। ਖਹਿਰਾ ਕਹਿੰਦੇ ਕਿ ਸਰਕਾਰ ਨੂੰ ਲੋਕਾਂ ਨੂੰ ਆਟੇ ਦੀ ਬਜਾਏ ਕਣਕ ਦੇਣੀ ਚਾਹੀਦੀ ਹੈ, ਕਿਉਂਕਿ ਆਟਾ ਤਾਂ ਬਹੁਤੀ ਦੇਰ ਤੱਕ ਸਟੋਰ ਹੀ ਨਹੀਂ ਕੀਤਾ ਜਾ ਸਕਦਾ। ਕਣਕ ਨੂੰ ਜਿੰਨਾ ਸਮਾਂ ਚਾਹੋ ਤੁਸੀਂ ਸਟੋਰ ਕਰ ਸਕਦੇ ਹੋ, ਉਹਨੂੰ ਸਟੋਰ ਕਰਨ ਦੇ ਬਹੁਤ ਤਰੀਕੇ ਵੀ ਨੇ। ਕਹਿੰਦੇ ਉਹ ਵੀ ਉਦੋਂ ਇਹ ਸਰਕਾਰ ਅਜਿਹੀਆਂ ਗੱਲਾਂ ਕਰ ਰਹੀ ਹੈ ਜਦੋਂ ਅਸੀਂ 3.25 ਲੱਖ ਕਰੋੜ ਦੇ ਵੱਡੇ ਘਾਟੇ ਦੇ ਵਿੱਚ ਚੱਲ ਰਹੇ ਹਾਂ, ਕਰਜ਼ੇ ਦੇ ਹੇਠ ਦਬੇ ਹੋਏ ਹਾਂ। ਕਹਿੰਦੇ ਮੈਨੂੰ ਇਸ ਸਕੀਮ ਦੇ ਵਿੱਚ ਭ੍ਰਿਸ਼ਟਾਚਾਰ ਦੀ ਬੋ ਆ ਰਹੀ ਹੈ। ਬਜਟ ਡਾਕੂਮੈਂਟ ਵਿੱਚ ਜਿਹੜੀ ਕੇਜਰੀਵਾਲ ਸਾਹਿਬ ਨੇ 1000
ਰੁਪਇਆ ਪ੍ਰਤੀ ਮਹੀਨਾ ਔਰਤਾਂ ਨੂੰ ਦੇਣਾ ਸੀਗਾ, ਇਹਦਾ ਕੋਈ ਜ਼ਿਕਰ ਨਹੀਂਗਾ। ਇਹਦੇ ਵਾਸਤੇ ਕੋਈ ਪੈਸਾ ਰਾਖਵਾਂ ਬਜਟ ਦੇ ਵਿੱਚ ਨਹੀਂ ਰੱਖਿਆ ਗਿਆ। ਦੂਸਰੀ ਉਹਨਾਂ ਦੀ ਮੇਜਰ ਗਾਰੰਟੀ ਸੀਗੀ ਜਿਹੜੀ ਕਿ ਅਸੀਂ 300 ਯੂਨਿਟ ਫ੍ਰੀ ਦਿਆਂਗੇ ਬਿਜਲੀ ਦੀ, ਉਹਦੇ ਵਿੱਚ ਜ਼ਿਕਰ ਹੈਗਾ, ਲੇਕਿਨ ਬਜਟਰੀ ਐਲੋਕੇਸ਼ਨ ਹੁੰਦਾ ਕਿ ਪੈਸੇ ਉਹਦੇ ਵਾਸਤੇ ਰੱਖੇ ਨੇ ਕਿ ਅਸੀਂ ਇੱਕ ਸਾਲ ਵਿੱਚ 500 ਜਾਂ 700 ਕਰੋੜ ਰੁਪਇਆ ਇਹਦਾ ਕੰਮ ਵਾਸਤੇ ਖਰਚਾਂਗੇ। ਉਹਦੇ ਸਿਰਫ ਜ਼ਿਕਰ ਕੀਤਾ ਕਿ ਅਸੀਂ ਖਰਚੇ ਘਟਾਵਾਂਗੇ ਤੇ ਜਿਹੜੀ ਟੈਕਸ ਦੀ ਤੇ ਰੈਵਨਿਊ ਲਾਸਸ ਹੁੰਦੇ ਨੇ, ਚੋਰੀ ਹੁੰਦੀ ਆ, ਉਸ ਨੂੰ ਅਸੀਂ ਬੰਦ ਕਰਾਂਗੇ ਤੇ ਅਸੀਂ ਬਿਜਲੀ ਗਰੀਬਾਂ ਨੂੰ 300 ਯੂਨਿਟ ਫ੍ਰੀ ਦਿਆਂਗੇ। ਤੀਸਰੀ ਗੱਲ, ਜਿਹੜੀ ਚੀਜ਼ ਪੰਜਾਬ ਦੇ ਲੋਕਾਂ ਨੇ ਮੰਗੀ ਹੀ ਨਹੀਂ, ਮਤਲਬ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਸਰਕਾਰ ਕੋਲੋਂ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ, ਸਾਨੂੰ ਸਪੋਰਟਸ ਦੇ ਵਾਸਤੇ ਪਿੰਡਾਂ ਦੇ ਵਿੱਚ ਪਲੇਗਰਾਉਂਡ ਦਿੱਤੇ ਜਾਣ, ਜਿਹੜੀਆਂ ਗੱਲਾਂ ਮੰਗਾਂ ਉੱਠ ਰਹੀਆਂ ਅੰਦਰ, ਸਾਡੇ ਸਕੂਲਸ ਅੱਛੇ ਬਣਾਏ ਜਾਣ। ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਨੇ ਵੀ ਸਰਕਾਰ ਦੇ ਵੱਲੋਂ 1000 ਰੁਪਏ ਵਾਲੀ ਸਕੀਮ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਉਮੀਦ ਸੀ ਕਿ ਸਰਕਾਰ ਉਹਨਾਂ ਦੇ ਲਈ ਕੁਝ ਕਰੇਗੀ, ਕਮ ਸੇ ਕਮ ਇਹ ਐਲਾਨ ਤਾਂ ਕਰੇਗੀ, ਪਰ ਬੀਬੀਆਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਕਿਸਾਨਾਂ ਦੇ ਵਪਾਰੀਆਂ ਦੇ ਲਈ ਵੀ ਇਸ ਬਜਟ ਵਿੱਚ ਕਹਿੰਦੇ ਕੁਝ ਵੀ ਖਾਸ ਨਹੀਂ ਹੈ, ਸਰਕਾਰ ਨੇ ਸਾਰਿਆਂ ਨੂੰ ਨਿਰਾਸ਼ ਕੀਤਾ ਹੈ। ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਏਆਲੀ ਨੇ ਵੀ 1000 ਰੁਪਏ ਵਾਲੀ ਸਕੀਮ ਨੂੰ ਕੋਈ ਤਵੱਜੋ ਨਾ ਦੇਣ ਨੂੰ ਔਰਤਾਂ ਦੇ ਨਾਲ ਸਰਕਾਰ ਦਾ ਧੋਖਾ ਕਰਾਰ ਦਿੱਤਾ ਹੈ। ਉਹ ਕਹਿੰਦੇ ਕਿ ਪੰਜਾਬ ਦੀਆਂ ਔਰਤਾਂ ਨੇ ਸਰਕਾਰ ਨੂੰ ਇਸੇ ਸਕੀਮ ਦੇ ਆਧਾਰ ਤੇ ਵੋਟਾਂ ਪਾਈਆਂ ਸੀ ਤੇ ਸਰਕਾਰ ਨੇ ਔਰਤਾਂ ਨੂੰ ਧੋਖਾ ਦਿੱਤਾ ਹੈ। ਸੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀਆਂ ਨੂੰ ਜਵਾਬ ਵੀ ਦਿੱਤਾ। ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਹੋਏ ਚੀਮਾ ਨੇ ਕਿਹਾ ਕਿ ਹਰੇਕ ਯੋਜਨਾ ਨੂੰ ਲਾਗੂ ਕਰਨ ਤੇ ਸਮਾਂ ਲੱਗਦਾ ਹੈ। ਔਰਤਾਂ ਨਾਲ ਸਰਕਾਰ ਵੱਲੋਂ ਕੀਤਾ ਗਿਆ ਵਾਅਦਾ ਵੀ ਜਲਦੀ ਪੂਰਾ ਹੋਏਗਾ। ਵਿਰੋਧੀ ਧਿਰ ਤੇ ਨਿਸ਼ਾਨਾ ਲਾਉਂਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਉਹ ਸਿੱਖਿਆ ਤੇ ਸਿਹਤ ਦੇ ਬਜਟ ਨੂੰ ਸਮਝ ਹੀ ਨਹੀਂ ਸਕੇ, ਬਿਨਾਂ ਪੜ੍ਹੇ ਹੀ ਬਜਟ ਦਾ ਵਿਰੋਧ ਕਰਨ ਲੱਗੇ ਹੋਏ ਨੇ। ਕਹਿੰਦੇ ਸਾਡੀ ਸਰਕਾਰ 5 ਵਿੱਚੋਂ 4 ਗਰੰਟੀਆਂ ਪੂਰੀਆਂ ਕਰ ਚੁੱਕੀ ਹੈ, 5ਵੀਂ ਗਰੰਟੀ ਵੀ ਛੇਤੀ ਪੂਰੀ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਜਟ ਦੀ ਸਰਾਹਨਾ ਕਰਦਿਆਂ ਇਸ ਨੂੰ ਇਤਿਹਾਸਿਕ ਬਜਟ ਦੱਸਿਆ ਹੈ। ਕਹਿੰਦੇ ਪੰਜਾਬ ਦੇ ਸਿੱਖਿਆ, ਸਿਹਤ, ਖੇਤੀ ਦੇ ਵਪਾਰਿਕ ਖੇਤਰ ਦੇ ਵਿੱਚ ਕ੍ਰਾਂਤੀ ਦੇ ਟੀਚੇ ਨਾਲ ਬਣਿਆ ਇਹ ਲੋਕਾਂ ਦਾ ਆਪਣਾ ਬਜਟ ਹੈ। ਸਾਡੀ ਸਰਕਾਰ ਗਰੰਟੀਆਂ ਵੀ ਸਾਰੀਆਂ ਪੂਰੀਆਂ ਕਰਨ ਜਾ ਰਹੀ ਹੈ ਤੇ ਪੰਜਾਬ ਦੇ ਆਰਥਿਕ ਹਾਲਾਤਾਂ ਦੇ ਵਿੱਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਇਸ ਬਜਟ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਆਪਣੀ ਸਰਕਾਰ ਦੀ ਪਿੱਠ ਥਾਪੜੀ ਹੈ। ਕਹਿੰਦੇ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਖਾਲੀ ਕਰ ਦਿੱਤਾ ਸੀ, ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਭਰੇਗੀ। ਆਪ ਦੀ ਇਮਾਨਦਾਰ ਸਰਕਾਰ ਨੇ ਆਉਂਦਿਆਂ ਹੀ ਕਈ ਮਾਫੀਆ ਖਤਮ ਕਰ ਦਿੱਤੇ ਨੇ। ਭਗਵੰਤ ਸਿੰਘ ਮਾਨ ਦਾ ਬਜਟ ਪੰਜਾਬ ਨੂੰ ਸੁਨਹਿਰੀ ਭਵਿੱਖ ਵੱਲ ਲੈ ਕੇ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਬਿਜਲੀ, ਸਿਹਤ, ਸਿੱਖਿਆ, ਰੁਜ਼ਗਾਰ ਨੂੰ ਲੈ ਕੇ ਜੋ ਉਹਨਾਂ ਨੇ ਗਰੰਟੀਆਂ ਦਿੱਤੀਆਂ ਸਨ, ਉਹਨਾਂ ਤੇ ਕੰਮ ਸ਼ੁਰੂ ਹੋ ਗਿਆ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਤੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਉਹਨਾਂ ਨੇ ਇਸ ਨੂੰ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਬਜਟ ਦੱਸਿਆ ਹੈ। ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ 200 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਤੇ ਸਟੂਡੈਂਟ ਯੂਨੀਅਨ ਲਲਕਾਰ ਨੇ ਨਾਖੁਸ਼ੀ ਜ਼ਾਹਿਰ ਕਰਦਿਆਂ ਇਸ ਮਦਦ ਨੂੰ ਨਿਗੂਣੀ ਮਦਦ ਦੱਸਿਆ ਹੈ। ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਨੇ ਕਹਿੰਦੇ ਹਰੇਕ ਮਹੀਨੇ 9 ਕਰੋੜ ਦੀ ਗ੍ਰਾਂਟ ਦੇਣੀ ਹੁੰਦੀ ਹੈ, ਜਿਹੜੀ ਕਿ 108 ਕਰੋੜ ਸਾਲਾਨਾ ਬਣਦੀ ਹੈ। ਇਸ ਦੇ 12 ਕਾਲਜਾਂ ਦੇ ਲਈ ਪ੍ਰਤੀ ਕਾਲਜ 150 ਕਰੋੜ ਦੇ ਹਿਸਾਬ ਨਾਲ 18 ਕਰੋੜ ਹੋਰ ਦੇਣੇ ਹੁੰਦੇ ਨੇ। ਮਤਲਬ ਕਿ ਕੁੱਲ 126 ਕਰੋੜ ਤਾਂ ਸਰਕਾਰ ਨੇ ਹਰੇਕ ਸਾਲ ਦੇਣਾ ਹੀ ਹੁੰਦਾ ਹੈ ਤੇ ਉਹ ਵੀ ਪੂਰਾ ਨਹੀਂ ਦਿੱਤਾ ਜਾਂਦਾ। ਤੇ ਹੁਣ 200 ਕਰੋੜ ਦੇ ਕੇ ਸਰਕਾਰ ਐਡਾ ਦਮਗਜਾ ਕਿਉਂ ਮਾਰ ਰਹੀ ਹੈ? ਕਿਉਂਕਿ 126 ਤੋਂ ਸਿਰਫ ਜਿਹੜਾ 74 ਕਰੋੜ ਹੀ ਵੱਧ ਦਿੱਤਾ ਹੈ ਸਰਕਾਰ ਨੇ। ਤੇ ਨਾਲੇ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਵੱਲੋਂ ਗ੍ਰਾਂਟ ਨਾ ਵਧਣ ਦੀ ਮਜਬੂਰੀ ਕਾਰਨ 150 ਕਰੋੜ ਦਾ ਕਰਜ਼ਾ ਵੀ ਮਾਫ ਕੀਤਾ ਜਾਵੇ, ਪਰ ਵਿੱਤ ਮੰਤਰੀ ਨੇ ਅਜਿਹਾ ਤਾਂ ਕੁਝ ਵੀ ਕਹਿੰਦੇ ਬਜਟ ਦੇ ਵਿੱਚ ਨਹੀਂ ਬੋਲਿਆ। ਕਰਜ਼ੇ ਨੂੰ ਮਾਫ ਕਰਨ ਨੂੰ ਲੈ ਕੇ ਤਾਂ ਇੱਕ ਵੀ ਸ਼ਬਦ ਨਹੀਂ ਬੋਲਿਆ। ਕਿਸਾਨਾਂ ਦੇ ਰਿਐਕਸ਼ਨ ਵੀ ਆਉਣੇ ਸ਼ੁਰੂ ਹੋ ਗਏ ਨੇ। ਕਿਸਾਨ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੇ ਇਸ ਬਜਟ ਨੂੰ ਨਿਰਾਸ਼ਾ ਭਰਪੂਰ ਤੇ ਕਿਸਾਨੀ ਲਈ ਮਾਰੂ ਬਜਟ ਦੱਸਿਆ ਹੈ। ਕਿਸਾਨ ਲੀਡਰਾਂ ਨੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਦੇ ਸਿਰ ਚੜੇ ਕਰਜ਼ੇ ਬਾਰੇ ਤਾਂ ਸਰਕਾਰ ਕੁਝ ਵੀ ਨਹੀਂ ਬੋਲੀ। ਫਸਲੀ ਵਖਰੇਵੇਂ ਤੇ ਬਦਲਵੀਆਂ ਫਸਲਾਂ ਦਾ ਪ੍ਰਚਾਰ ਕਰਨ ਵਾਲੀ ਸਰਕਾਰ ਇਹਨਾਂ ਦੀ ਖਰੀਦ ਸੰਬੰਧੀ ਬਿਲਕੁਲ ਚੁੱਪ ਹੈ। ਸਰਕਾਰ ਦੀ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣ ਤੋਂ ਬਚਾਉਣ ਤੇ ਫੈਕਟਰੀਆਂ ਵੱਲੋਂ ਪਾਣੀ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਣ ਲਈ ਕੋਈ ਵੀ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ। ਪੰਜਾਬ ਸਰਕਾਰ ਨੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਦਾਅਵੇ ਕੀਤੇ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਚਾਉਣਾ, ਫਸਲੀ ਵਿਭਿੰਨਤਾ ਲੈ ਕੇ ਆਉਣੀ ਆ, ਬਾਸਮਤੀ ਬੀਜੋ, ਮੱਕੀ ਬੀਜੋ। ਪਰ ਪੰਜਾਬ ਸਰਕਾਰ ਨੇ ਆਪਣੇ ਬਜਟ ਦੇ ਵਿੱਚ ਬਾਸਮਤੀ ਦੀ ਖਰੀਦ ਵਾਸਤੇ ਇੱਕ ਸ਼ਬਦ ਵੀ ਜ਼ਿਕਰ ਨਹੀਂ ਕੀਤਾ ਔਰ ਇੱਕ ਵੀ ਧੇਲਾ ਜਿਹੜੀ ਰਕਮ ਨਹੀਂ ਰੱਖੀਗੀ, ਜਿਸ ਤੋਂ ਸਾਫ਼ ਆ ਕਿ ਸਰਕਾਰ ਫਸਲੀ ਵਿਭਿੰਨਤਾ ਵਾਲੇ ਪਾਸੇ
ਨਹੀਂ ਵਧਣਾ ਚਾਹੁੰਦੀ ਔਰ ਉਹਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਆਪਣੀ ਪ੍ਰਾਪਤੀ ਦੇ ਰੂਪ 'ਚ ਪੇਸ਼ ਕੀਤਾ ਹੈ। ਸੋ ਬਜਟ ਸੈਸ਼ਨ ਦੇ ਵਿੱਚ ਜਦੋਂ ਬਜਟ ਪਾਸ ਕੀਤਾ ਗਿਆ ਹੈ, ਬਜਟ ਦੇ ਵਿੱਚ ਕੀ ਕੁਝ ਦੱਸਿਆ ਗਿਆ ਹੈ, ਕੀ ਪੇਸ਼ ਕੀਤਾ ਗਿਆ, ਤੁਹਾਡੇ ਸਭ ਦੇ ਲਈ ਕੀ ਐਲਾਨ ਕੀਤੇ ਗਏ ਨੇ, ਉਸ ਤੇ ਵਿਰੋਧੀਆਂ ਨੇ ਕੀ ਰਿਐਕਟ ਕੀਤਾ ਹੈ, ਉਹ ਸਾਰੀ ਜਿਹੜੀ ਅਪਡੇਟ ਹੈ ਅਸੀਂ ਤੁਹਾਨੂੰ ਦੱਸ ਦਿੱਤੀ ਹੈ। ਤੇ ਹੁਣ ਆਉਂਦੇ ਦਿਨਾਂ ਦੇ ਵਿੱਚ ਹੁਣ ਸਾਡੀ ਜ਼ਿੰਮੇਵਾਰੀ ਹੋਏਗੀ ਕਿ ਇਸ ਬਜਟ ਦੀ ਸਟੱਡੀ ਕਰੀਏ, ਇਸ ਦੇ ਅੰਕੜੇ ਅਸਲ ਦੇ ਵਿੱਚ ਕੀ ਕਹਿੰਦੇ ਨੇ, ਕੀ ਕਿਤੇ ਕੋਈ ਘੁੰਡੀਆਂ ਤਾਂ ਨਹੀਂ ਸਰਕਾਰ ਨੇ ਪਾਈਆਂ ਜਾਂ ਫਿਰ ਵਿਰੋਧੀ ਐਵੇਂ ਤਾਂ ਨਹੀਂ ਰੌਲਾ ਪਾ ਰਹੇ। ਉਹ ਸਾਰੇ ਜਿਹੜੇ ਪੱਖ ਨੇ ਉਹਨਾਂ ਤੇ ਵਿਚਾਰ ਕਰਾਂਗੇ ਕਿਉਂਕਿ ਬਜਟ ਨੂੰ ਪੜ੍ਹਨ ਦੇ ਲਈ ਵੀ ਸਮੇਂ ਦੀ ਲੋੜ ਹੁੰਦੀ ਹੈ। ਹੁਣ ਅੱਗੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਲਣ ਨੂੰ ਲੈ ਕੇ। ਬੜਾ ਰੌਲਾ ਪਿਆ ਸੋਮਵਾਰ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਰਹੇ ਨੇ, ਉਹਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਪ੍ਰਧਾਨ ਲਾਇਆ ਜਾ ਰਿਹਾ ਹੈ। ਬਲਵਿੰਦਰ ਸਿੰਘ ਭੁੰਦਰ ਦਾ ਨਾਮ ਖਾਸ ਤੌਰ ਤੇ ਸਾਹਮਣੇ ਆ ਰਿਹਾ ਸੀ, ਪਰ ਅਕਾਲੀ ਦਲ ਨੇ ਆਪਣੇ ਪਾਰਟੀ ਹੈੱਡਕੁਆਟਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ। ਅਕਾਲੀ ਦਲ ਦੀ ਲੀਡਰਸ਼ਿਪ ਨੇ ਤੇ ਇਹਨਾਂ ਸਾਰੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਖਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਨੂੰ ਲੈ ਕੇ ਦੁਚਿੱਤੀ ਦੇ ਵਿੱਚ ਦਿਖਾਈ ਵੀ ਦੇ ਰਹੀ ਹੈ। ਪਾਰਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੁੰਦਰ ਨੇ ਇੱਕ ਪਾਸੇ ਕਿਹਾ ਕਿ ਪਾਰਟੀ ਪ੍ਰਧਾਨ ਨੂੰ ਬਦਲਣ ਦਾ ਕੋਈ ਵਿਚਾਰ ਨਹੀਂ ਹੈ, ਦੂਜੇ ਪਾਸੇ ਉਹਨਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਦੇ ਮੰਥਨ ਲਈ ਗਠਿਤ 13 ਮੈਂਬਰੀ ਕਮੇਟੀ ਦੀ ਰਿਪੋਰਟ ਵਿੱਚ ਪ੍ਰਧਾਨ ਬਦਲਣ ਦੀ ਮੰਗ ਨੂੰ ਅੱਖੋਂ ਪਰੋਖੇ ਵੀ ਨਹੀਂ ਕੀਤਾ ਜਾਊਗਾ। ਹਾਲਾਂਕਿ ਉਹਨਾਂ ਨੇ ਕਿਹਾ ਕਿ ਜੰਗ ਵੇਲੇ ਜਰਨੈਲ ਕਦੇ ਨਹੀਂ ਬਦਲੇ ਜਾਂਦੇ। ਭੁੰਦੜ ਨੇ ਪਾਰਟੀ ਦੇ ਲੀਡਰਾਂ ਨੂੰ ਪ੍ਰਧਾਨ ਨੂੰ ਬਦਲਣ ਬਾਰੇ ਆਪਣੀ ਨਿੱਜੀ ਰਾਏ ਦੇਣ ਤੋਂ ਗੁਰੇਜ਼ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਭੁੰਦੜ ਜਿਹੜੇ ਕਿ ਸੰਗਰੂਰ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੂੰ ਲੈ ਕੇ ਪਾਰਟੀ ਦਾ ਪੱਖ ਦੱਸਣ ਦੇ ਲਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਦਾਅਵਾ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਾਡੀ ਲੜਾਈ ਜਾਰੀ ਰਹੇਗੀ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਉੱਤੇ ਬੀਬੀ ਕਮਲਦੀਪ ਕੌਰ ਨੂੰ ਕਹਿੰਦੇ ਪਾਰਟੀ ਉਮੀਦਵਾਰ ਬਣਾਇਆ ਗਿਆ ਸੀ, ਯਾਨੀ ਕਿ ਸਾਰੀ ਜਿਹੜੀ ਗਾਜ ਹੈ ਉਹਨਾਂ ਨੇ ਬਲਵੰਤ ਸਿੰਘ ਰਾਜੋਆਣਾ ਤੇ ਸੁੱਟ ਦਿੱਤੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਪੰਥਕ ਚੋਣ ਨਿਸ਼ਾਨ ਤੱਕੜੀ ਉੱਤੇ ਲੜਨ ਦੀ ਸਹਿਮਤੀ ਅਸੀਂ ਭਾਈ ਰਾਜੋਆਣਾ ਦੇ ਕਹਿਣ ਤੇ ਹੀ ਦਿੱਤੀ ਸੀ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪੰਥਕ ਹੈ ਤੇ ਤੱਕੜੀ ਚੋਣ ਨਿਸ਼ਾਨ ਵੀ ਪੰਥ ਦਾ ਪ੍ਰਤੀਕ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਅਗਲੇ ਪ੍ਰੋਗਰਾਮ ਬਾਰੇ ਜੋ ਸਵਾਲ ਪੁੱਛਿਆ ਗਿਆ ਤਾਂ ਭੁੰਦੜ ਨੇ ਕਿਹਾ ਕਿ ਫੈਸਲਾ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਦੂਜੀਆਂ ਪੰਥਕ ਪਾਰਟੀਆਂ ਦੇ ਨਾਲ ਰਲ ਕੇ ਲਿਆ ਜਾਊਗਾ। ਸੰਗਰੂਰ ਦੇ ਵਿੱਚ ਅਕਾਲੀ ਦਲ ਫਾਡੀ ਰਹਿ ਗਿਆ। ਇਸ ਬਾਰੇ ਜੋ ਸਵਾਲ ਪੁੱਛਿਆ ਤਾਂ ਭੁੰਦੜ ਨੇ ਕਿਹਾ ਕਿ ਅਕਾਲੀ ਦਲ ਇਸ ਤੋਂ ਵੀ ਵੱਡੇ ਸੰਕਟ ਵਿੱਚੋਂ ਦੀ ਲੰਘਦਾ ਰਿਹਾ ਹੈ ਤੇ ਹੁਣ ਵਾਲਾ ਸੰਕਟ ਵੀ ਟਲ ਜਾਊਗਾ। ਪਾਰਟੀ ਪ੍ਰਧਾਨ ਬਦਲਣ ਬਾਰੇ ਜਦੋਂ ਵਾਰੀ-ਵਾਰੀ ਸਵਾਲ ਪੁੱਛਿਆ ਗਿਆ ਤਾਂ ਭੁੰਦੜ ਨੇ ਮੁੜ ਦੁਹਰਾਇਆ ਕਿ 13 ਮੈਂਬਰੀ ਕਮੇਟੀ ਦੀ ਰਿਪੋਰਟ ਖੁੱਲਣ ਉੱਤੇ ਪਾਰਟੀ ਲੀਡਰਸ਼ਿਪ ਦੀ ਜੇ ਮੰਗ ਸਾਹਮਣੇ ਆਈ ਤਾਂ ਉਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਏਗਾ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਬਾਦਲ ਸ਼ਬਦ ਹਟਾ ਕੇ ਮੀਡੀਆ ਨੂੰ ਖਬਰਾਂ ਲਿਖਣ ਦੀ ਅਪੀਲ ਵਾਰ-ਵਾਰ ਦੁਹਰਾਉਂਦਿਆਂ ਕਿਹਾ ਕਿ ਦਲ ਦਾ ਪ੍ਰਧਾਨ ਲੋਕਾਂ ਦੇ ਦਿਲਾਂ ਵਿੱਚੋਂ ਨਿਕਲਦਾ ਹੈ। ਇਸੇ ਤਰ੍ਹਾਂ ਬਾਦਲਾਂ ਦੀ ਜੇਬ ਵਿੱਚੋਂ ਐਸਜੀਪੀਸੀ ਪ੍ਰਧਾਨ ਦੇ ਨਾਮ ਬਾਰੇ ਚਰਚਾ ਨਿਰਮੂਲ ਹੈ। ਉਹਨਾਂ ਨੇ ਵਾਰੀ-ਵਾਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੀਨੀਅਰ ਲੀਡਰਾਂ ਤੇ ਵਰਕਰਾਂ ਨੂੰ ਅਪੀਲ ਦੁਹਰਾਈ ਅਤੇ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਬਾਦਲ ਸ਼ਬਦ ਹਟਾ ਦਿੱਤਾ ਜਾਵੇ, ਇਹ ਵੀ ਬੜੇ ਵੱਡੇ ਤੇ ਡੂੰਘੇ ਅਰਥ ਰੱਖਦਾ ਹੈ ਕਿਉਂਕਿ ਆਮ ਤੌਰ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਲਿਖਿਆ ਜਾਂਦਾ ਹੈ ਕਿਉਂਕਿ ਬੜੇ ਸਾਰੇ ਸ਼੍ਰੋਮਣੀ ਅਕਾਲੀ ਦਲ ਬਣ ਗਏ ਨੇ। ਉਹ ਕਹਿੰਦੇ ਨੇ ਕਿ ਕੱਲਾ ਸ਼੍ਰੋਮਣੀ ਅਕਾਲੀ ਦਲ ਲਿਖਿਆ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਮੰਗ ਪਿਛਲੇ ਲੰਬੇ ਸਮੇਂ ਤੋਂ ਉੱਠ ਰਹੀ ਹੈ, ਪਰ ਸੰਗਰੂਰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪਾਰਟੀ ਦੇ ਕਈ ਲੀਡਰ ਖੁੱਲ੍ਹੇ ਬਿਆਨ ਦੇਣ ਲੱਗੇ ਨੇ। ਤੜਕੇ ਤੋਂ ਹੀ ਸੁਖਬੀਰ ਬਾਦਲ ਵੱਲੋਂ ਅਸਤੀਫਾ ਦੇਣ ਤੇ ਸਕੱਤਰ ਜਨਰਲ ਭੁੰਦੜ ਨੂੰ ਪ੍ਰਧਾਨਗੀ ਦੇਣ ਬਾਰੇ ਚਰਚਾ ਚੱਲ ਰਹੀ ਸੀ, ਪਰ ਭੁੰਦੜ ਨੇ ਇਸ ਗੱਲ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਹੈ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ। ਕੁਐਸਚਨ ਹੀ ਐਸਾ ਕਰ ਦਿੰਦੇ ਹੋ ਕਿ ਕੋਈ ਵੱਡੇ ਤੋਂ ਵੱਡੇ ਬੰਦਾ ਉਲਝ ਜਾਂਦਾ ਹੈ। ਕੋਈ ਇਸ ਤਰ੍ਹਾਂ ਦਾ ਕਰਤਾ ਹੋਣਾ ਕਿਸੇ ਨੇ, ਕੋਈ ਮੇਰੇ ਖਿਆਲ ਨਾ ਅਸਤੀਫੇ ਵਾਲੀ ਗੱਲ ਕਿਸੇ ਨੇ ਆਖੀ ਹੈ। ਜਿੰਨੀ ਇਸ ਪਾਰਟੀ 'ਚ ਇੱਕ ਤਾਂ ਕਿਸੇ 'ਚ ਨਹੀਂ। ਨੰਬਰ 2 ਮੇਰੀ ਪ੍ਰਧਾਨਗੀ ਦਾ ਸਵਾਲ, ਪ੍ਰਧਾਨਗੀ ਕਿਤੇ ਐਂ ਬਣ ਜਾਂਦੀ ਹੈ ਵੀ ਆਪਾਂ ਕਿਹਾ 2 ਬੰਦਿਆਂ ਨੇ ਤੇ ਪ੍ਰਧਾਨਗੀ ਦੇ ਵਾਸਤੇ ਕੋਈ ਸਿਸਟਮ ਹੈ, ਚੋਣਾਂ ਨੇ, ਭਰਤੀ ਹੈ, ਕੇਡਰ ਹੈ, ਵਰਕਿੰਗ ਕਮੇਟੀ ਹੈ, ਹਾਊਸ ਹੈ 465 ਬੰਦਿਆਂ ਦਾ, ਫਿਰ ਜਾ ਕੇ ਹੁੰਦੀ ਹੈ। ਇਸ ਕਰਕੇ ਤੀਜੀ ਗੱਲ, ਕਦੇ ਮੈਂ ਜ਼ਿੰਦਗੀ 'ਚ ਪਾਰਟੀ 'ਚ ਕਦੇ ਸੋਚਿਆ ਹੀ ਨਹੀਂ ਕਿ ਮੈਂ ਪਾਰਟੀ ਦਾ ਡਿਸਪਲਿਨ ਭੰਗ ਕਰ ਸਕਦਾ। ਮੈਂ ਸੋਚ ਸਕਦਾ ਕਿ ਮੈਂ ਆਹ ਗਲਤੀ ਕਰਾਂਗਾ। ਅਸੀਂ ਮਾੜੇ ਹੋ ਸਕਦੇ ਹਾਂ, ਚੰਗੇ ਹੋ ਸਕਦੇ ਹਾਂ, ਸਾਡੇ 'ਚ ਕਮਜ਼ੋਰੀਆਂ ਹੋ ਸਕਦੀਆਂ, ਉਹਦਾ ਮੁਕਾਬਲਾ ਅਸੀਂ ਨਹੀਂ ਕਰ ਸਕਦੇ, ਲੇਕਿਨ ਸਿਧਾਂਤਾਂ 'ਤੇ ਸਾਨੂੰ ਚੱਲਣਾ। ਉਹ ਸਿਧਾਂਤਾਂ 'ਤੇ ਅਸੀਂ ਚੱਲਦੇ ਹੋਏ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਤੇ ਗੁਰੂ ਕਿਰਪਾ ਕਰੂ ਅਖੀਰ ਫਤਿਹ ਅਸੂਲਾਂ ਨਹੀਂ ਹੁੰਦੀ, ਅਸੀਂ ਜਿੱਤਾਂਗੇ, ਸਾਰਾ ਕੁਝ ਕਰਾਂਗੇ। ਅੱਜ ਇਹ ਮੇਰੀ ਤੁਹਾਨੂੰ ਅਪੀਲ ਹੈ ਕਿ ਉਹ ਜੋ ਅਫਵਾਹਾਂ ਚੱਲਦੀਆਂ ਹੋ ਰਿਹਾ ਉਹਨੂੰ ਸਭ ਖਤਮ ਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਤੇ ਨਾਲ ਪਾਰਟੀ ਦੇ ਸਾਰੇ ਕੇਡਰ ਨੂੰ ਅਪੀਲ ਹੈ ਕਿ ਆਓ ਆਪਾਂ ਇਕਜੁੱਟ ਹੋ ਕੇ
ਐਡੇ ਐਡੇ ਔਖੇ ਸਮੇਂ ਚੋਂ ਨਿਕਲਿਆ, ਤਗੜੇ ਹੋ ਕੇ ਪਾਰਟੀ ਨੂੰ ਫਿਰ ਸ਼ਕਤੀ 'ਚ ਕਿਵੇਂ ਲਿਆਉਣਾ, ਇਹ ਅਸੀਂ ਇਕੱਠੇ ਹੋ ਕੇ ਕੰਮ ਕਰਾਂਗੇ। ਖੈਰ ਅੰਦਰ ਖਾਤੇ ਜੋ ਵੀ ਗੱਲ ਸੀ ਇਹ ਤਾਂ ਹੁਣ ਪਾਰਟੀ ਵਾਲੇ ਲੀਡਰ ਹੀ ਜਾਣਨ, ਪਰ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਹਟਾ ਕੇ ਬਲਵਿੰਦਰ ਸਿੰਘ ਭੂੰਦੜ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਕੀ ਸ਼੍ਰੋਮਣੀ ਅਕਾਲੀ ਦਲ ਆਪਣਾ ਅਕਸ ਬਚਾ ਸਕੂਗੀ? ਕੀ ਭੂੰਦੜ ਅਤੇ ਬਾਦਲ ਦੇ ਵਿੱਚ ਕੋਈ ਫਰਕ ਹੈ? ਇਹ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ। ਸਿੱਧੂ ਮੂਸੇਵਾਲੇ ਦਾ ਜਿਹੜਾ ਮਰਨ ਤੋਂ ਬਾਅਦ ਗਾਣਾ ਰਿਲੀਜ਼ ਕੀਤਾ ਗਿਆ ਹੈ SYL, ਜਿਸਨੇ ਪੂਰੀ ਦੁਨੀਆ ਦੇ ਵਿੱਚ ਤਰਥੱਲੀ ਮਚਾ ਰੱਖੀ ਹੈ, ਜਿਹੜਾ YouTube ਤੇ ਲਗਾਤਾਰ ਨੰਬਰ 1 ਟ੍ਰੈਂਡ ਕਰ ਰਿਹਾ ਸੀ, ਉਸ ਨੂੰ ਭਾਰਤ ਦੇ ਵਿੱਚ ਹੁਣ ਨਹੀਂ ਦੇਖਿਆ ਜਾ ਸਕਦਾ। ਉਸ ਤੋਂ ਬਾਅਦ ਮਾਪਿਆਂ ਦਾ ਦੁੱਖ ਹੋਰ ਵਧਿਆ ਹੈ। ਮਾਨਸਾ ਦੇ ਪਿੰਡ ਮੂਸਾ ਦੇ ਵਿੱਚ ਰਹਿੰਦੇ ਸਿੱਧੂ ਮੂਸੇਵਾਲੇ ਦੇ ਮਾਪੇ ਇਸ ਗੱਲ ਤੋਂ ਹੋਰ ਦੁਖੀ ਹੋਏ ਨੇ ਕਿ ਸਰਕਾਰ ਨੇ ਉਹਨਾਂ ਦੇ ਇਸ ਦੁਨੀਆ ਤੋਂ ਜਾ ਚੁੱਕੇ ਪੁੱਤ ਦੇ ਗਾਣੇ ਨੂੰ ਵੀ ਡਿਲੀਟ ਕਰਵਾ ਦਿੱਤਾ ਹੈ। ਹਾਲਾਂਕਿ ਉਸ ਦੇ ਗਾਣੇ ਦੇ ਵਿੱਚ ਕੁਝ ਵੀ ਨਿੱਜੀ ਤੌਰ ਤੇ ਨਹੀਂ ਕਿਹਾ ਗਿਆ ਸੀ। ਇਹ ਪੰਜਾਬ ਦੇ ਹੱਕਾਂ ਨਾਲ ਸੰਬੰਧਿਤ ਗਾਣਾ ਹੈ, ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਕਿਹਾ ਗਿਆ ਸੀ। ਉਹਨਾਂ ਨੇ ਸਰਕਾਰ ਤੇ ਰੋਸਾ ਜਤਾਇਆ ਹੈ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਸੀ। ਅਸੀਂ ਪਹਿਲਾਂ ਹੀ ਦੁਖੀ ਹਾਂ, ਸਾਨੂੰ ਹੋਰ ਵੀ ਦੁੱਖ ਇਹਦੇ ਨਾਲ ਲੱਗਿਆ। ਹਾਲਾਂਕਿ ਇਹ ਗਾਣਾ ਵਿਦੇਸ਼ਾਂ ਦੇ ਵਿੱਚ ਕਿਤੇ ਵੀ ਸੁਣਿਆ ਜਾ ਸਕਦਾ ਹੈ ਤੇ ਸਰਕਾਰ ਦੀ ਸਿਫਾਰਿਸ਼ ਤੇ ਸਿੱਧੂ ਮੂਸੇਵਾਲੇ ਦਾ ਗਾਣਾ YouTube ਤੋਂ ਹਟਾਉਣ ਤੋਂ ਬਾਅਦ ਟਵਿੱਟਰ ਤੇ ਵੀ 2 ਕਾਰਵਾਈਆਂ ਹੋਈਆਂ ਨੇ। ਕਿਸਾਨ ਅੰਦੋਲਨ ਦੌਰਾਨ ਬਣੇ ਕਿਸਾਨ ਏਕਤਾ ਮੋਰਚਾ ਤੇ ਟਰੈਕਟਰ ਟੂ ਟਵਿੱਟਰ ਦੇ ਅਕਾਊਂਟ ਵੀ ਹਟਾ ਦਿੱਤੇ ਗਏ। 2 ਅਕਾਊਂਟਾਂ ਦੇ ਖਿਲਾਫ ਟਵਿੱਟਰ ਨੇ ਧਾਵਾ ਬੋਲਿਆ ਹੈ ਤੇ ਇਹ ਵੀ ਸਰਕਾਰ ਦੀ ਸਿਫਾਰਿਸ਼ ਤੇ ਹੀ ਬੋਲਿਆ ਹੈ। ਟਵਿੱਟਰ ਨੇ ਕਿਸਾਨ ਏਕਤਾ ਮੋਰਚਾ ਨੂੰ ਨੋਟਿਸ ਭੇਜਿਆ ਕਿ ਤੁਸੀਂ ਜਿਹੜੀਆਂ ਸਾਡੇ ਜਿਹੜੇ ਨਿਯਮ ਨੇ, ਸਾਡੀਆਂ ਪਾਲਿਸੀਜ਼ ਨੇ, ਉਹਨਾਂ ਦੀ ਉਲੰਘਣਾ ਕਰ ਰਹੇ ਹੋ, ਇਸ ਕਰਕੇ ਤੁਹਾਡਾ ਅਕਾਊਂਟ ਵਿਦਹੈਲਡ ਕੀਤਾ ਜਾਂਦਾ ਹੈ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਰੈਕਟਰ ਟੂ ਟਵਿੱਟਰ ਨੂੰ ਹਟਾਏ ਜਾਣ ਤੇ ਸਖਤ ਨਿੰਦਿਆ ਕੀਤੀ ਹੈ, ਦੁੱਖ ਜ਼ਾਹਿਰ ਕੀਤਾ ਹੈ। ਖਹਿਰਾ ਨੇ ਲਿਖਿਆ ਕਿ ਸਾਡੇ ਬੋਲਣ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਨੂੰ ਨਾ ਸਿਰਫ ਨਕਾਰਿਆ ਜਾ ਰਿਹਾ ਹੈ ਬਲਕਿ ਸੱਚ ਬੋਲਣ ਦੀ ਹਿੰਮਤ ਕਰਨ ਵਾਲਿਆਂ ਵਿਰੁੱਧ ਬੀਜੇਪੀ ਸਰਕਾਰ ਜ਼ਬਰਦਸਤੀ ਕਾਰਵਾਈ ਕਰ ਰਹੀ ਹੈ। ਪਹਿਲਾਂ ਕਹਿੰਦੇ ਸਰਕਾਰ ਨੇ ਸਿੱਧੂ ਮੂਸੇਵਾਲੇ ਦਾ ਗਾਣਾ ਪਾਬੰਦ ਕਰ ਦਿੱਤਾ ਤੇ ਹੁਣ ਟਰੈਕਟਰ ਟੂ ਟਵਿੱਟਰ ਖਾਤੇ ਨੂੰ ਬੰਦ ਕਰ ਦਿੱਤਾ। ਖਹਿਰਾ ਦੇ ਇਸ ਟਵੀਟ ਤੋਂ ਬਾਅਦ ਕਿਸਾਨ ਏਕਤਾ ਮੋਰਚਾ ਦਾ ਖਾਤਾ ਬੰਦ ਕੀਤਾ ਗਿਆ। ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਸਿਹਤ ਥੋੜੀ ਖਰਾਬ ਹੋ ਗਈ ਹੈ। ਉਹਨਾਂ ਦੇ ਗਲੇ ਦੇ ਵਿੱਚ ਤਕਲੀਫ ਹੈ। ਡਾਕਟਰਾਂ ਨੇ ਬਿਲਕੁਲ ਨਾ ਬੋਲਣ ਦੀ ਸਲਾਹ ਦਿੱਤੀ ਹੈ, ਗਲੇ ਨੂੰ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਤੇ ਉਹਨਾਂ ਨੇ ਟਵਿੱਟਰ ਰਾਹੀਂ ਇਹ ਸਾਰਾ ਜਿਹੜਾ ਮੈਸੇਜ ਹੈ ਲੋਕਾਂ ਤੱਕ ਪਹੁੰਚਾਇਆ ਹੈ। ਸਿਮਰਨਜੀਤ ਸਿੰਘ ਮਾਨ ਨੇ ਟਵਿੱਟਰ ਰਾਹੀਂ ਆਪਣਾ ਸੁਖ ਸੁਨੇਹਾ ਦਿੰਦਿਆਂ ਕਿਹਾ ਕਿ ਮੈਂ ਠੀਕ ਹੋ ਰਿਹਾ, 1 ਜਾਂ 2 ਦਿਨਾਂ ਤੱਕ ਕੰਮ ਤੇ ਵਾਪਸ ਆ ਜਾਊਂਗਾ ਤੇ ਗਲੇ ਦੀ ਲਾਗ ਅਤੇ ਵਾਇਰਲ ਬੁਖਾਰ ਦੀ ਮੈਨੂੰ ਦਿੱਕਤ ਹੈ, ਇਸ ਕਰਕੇ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਹੈ। ਨਾਲ ਹੀ ਉਹਨਾਂ ਨੇ ਇੱਕ ਹੋਰ ਟਵੀਟ ਦੇ ਵਿੱਚ ਦੁਨੀਆ ਭਰ 'ਚ ਵਸਦੇ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ, ਸਿੱਖਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਤੁਸੀਂ ਹਮੇਸ਼ਾ ਸਾਡੀ ਪਾਰਟੀ ਦੇ ਨਾਲ ਖੜੇ ਹੋ, ਮੈਂ ਵੀ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਨ ਲਈ ਕੰਮ ਕਰਾਂਗਾ। ਆਓ ਸਾਰੇ ਮਿਲ ਕੇ ਨਿਆਂ, ਸ਼ਾਂਤੀ ਤੇ ਖੁਸ਼ਹਾਲੀ ਦੇ ਲਈ ਕੰਮ ਕਰੀਏ। ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੁੜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। 14 ਦਿਨਾਂ ਦੀ ਨਿਆਇਕ ਹਿਰਾਸਤ ਪੂਰੀ ਹੋਣ ਤੋਂ ਬਾਅਦ ਅਦਾਲਤ ਲਿਆਂਦਾ ਗਿਆ ਤੇ ਅਦਾਲਤ ਨੇ ਮੁੜ ਧਰਮਸੋਤ ਨੂੰ 14 ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ ਹੈ। ਸਾਧੂ ਸਿੰਘ ਧਰਮਸੋਤ ਨੂੰ ਨਾਭਾ ਜੇਲ੍ਹ ਵਿੱਚੋਂ ਕੈਦੀਆਂ ਵਾਲੀ ਗੱਡੀ ਵਿੱਚ ਬਿਠਾ ਕੇ ਲਿਆਂਦਾ ਗਿਆ। ਨਾਲ ਉਹਨਾਂ ਦੇ ਸਾਬਕਾ OSD ਚਮਕੌਰ ਸਿੰਘ ਵੀ ਗੱਡੀ ਵਿੱਚ ਸਨ। ਪਹਿਲਾਂ ਮੀਡੀਆ ਦੇ ਨਾਲ ਧਰਮਸੋਤ ਰੂਬਰੂ ਹੁੰਦੇ ਰਹੇ ਨੇ, ਪਰ ਐਤਕੀ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਸਿਰਫ ਇੰਨਾ ਹੀ ਕਿਹਾ ਕਿ ਜੋ ਕੁਝ ਵੀ ਹੋਏਗਾ ਤੁਹਾਡੇ ਸਾਹਮਣੇ ਹੋਏਗਾ। ਸਾਧੂ ਸਿੰਘ ਧਰਮਸੋਤ ਦੀ ਵੱਡੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰੀ ਹੋਈ ਹੈ। ਇਲਜ਼ਾਮ ਲੱਗੇ ਨੇ ਕਿ ਜੰਗਲਾਤ ਮੰਤਰੀ ਰਹਿੰਦਿਆਂ ਰੁੱਖਾਂ ਦੀ ਕਟਾਈ ਨੂੰ ਲੈ ਕੇ ਵੱਡਾ ਘੁਟਾਲਾ ਧਰਮਸੋਤ ਨੇ ਕੀਤਾ, ਕਰੋੜਾਂ ਰੁਪਏ ਦੀ ਰਿਸ਼ਵਤ ਲਈ। ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੋਰ ਵੀ ਕਈ ਗ੍ਰਿਫਤਾਰੀਆਂ ਧਰਮਸੋਤ ਤੋਂ ਬਾਅਦ ਹੋਈਆਂ ਨੇ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਸੀ ਕਿ ਗੈਰ ਕਾਨੂੰਨੀ ਮਾਈਨਿੰਗ ਸੂਬੇ ਦੇ ਵਿੱਚ ਖਤਮ ਹੋ ਗਈ ਹੈ, ਪਰ ਹੁਣ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਗੈਰ ਕਾਨੂੰਨੀ ਮਾਈਨਿੰਗ ਦਾ ਇੱਕ ਵੀਡੀਓ ਕੱਢ ਲਿਆਏ ਨੇ। ਤਿੱਖਾ ਪ੍ਰਤੀਕਰਮ ਦਿੰਦਿਆਂ ਉਹਨਾਂ ਕਿਹਾ ਕਿ ਤੁਹਾਡੇ ਦਾਅਵੇ ਦੇ ਬਾਵਜੂਦ ਆਨੰਦਪੁਰ ਸਾਹਿਬ ਹਲਕੇ ਦੇ ਪਿੰਡ ਭੱਲਣ ਮਾਜਰੀ ਦੇ ਵਿੱਚ ਮਸ਼ੀਨਾਂ ਦੇ ਨਾਲ ਵੱਡੇ ਪੱਧਰ ਤੇ ਖੁਦਾਈ ਹੋ ਰਹੀ ਹੈ। ਵੀਡੀਓ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅਪਣਾਏ ਗਏ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਰਾਕੇਸ਼ ਚੌਧਰੀ ਦੇ ਵੱਲੋਂ ਸਿਲਟਿੰਗ ਦੇ ਨਾਂ ਤੇ 40 ਫੁੱਟ ਮਾਈਨਿੰਗ ਦਿਖਾਈ ਗਈ ਹੈ ਤੇ ਇਹ ਵੀਡੀਓ ਜਿਹੜੀ ਹੈ ਖਹਿਰਾ ਨੇ ਆਪਣੇ ਟਵੀਟ ਦੇ ਨਾਲ ਪੋਸਟ ਕੀਤੀ ਹੈ। ਪਠਾਨਕੋਟ ਦੇ ਮਿਰਥਲ ਸਥਿਤ ਫੌਜੀ ਕੈਂਪ ਦੇ ਵਿੱਚ ਇੱਕ ਫੌਜੀ ਜਵਾਨ ਨੇ ਆਪਣੇ 2 ਸਾਥੀ ਗੋਲੀਆਂ ਦੇ ਨਾਲ ਭੁੰਨ ਸੁੱਟੇ। ਗੋਲੀਆਂ ਮਾਰਨ ਤੋਂ ਬਾਅਦ ਮੁਲਜ਼ਮ ਫੌਜੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਘਟਨਾ ਕਾਰਨ ਕੈਂਪ ਦੇ ਵਿੱਚ ਭਗਦੜ ਮਚ ਗਈ, ਸਹਿਮ ਦਾ ਮਾਹੌਲ ਬਣ ਗਿਆ। ਗੋਲੀਆਂ ਚਲਾ ਕੇ ਭੱਜੇ ਨੌਜਵਾਨ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਟੀਮਾਂ ਖਬਰਾਂ ਪੜੇ ਜਾਣ ਤੱਕ ਛਾਪੇਮਾਰੀ ਕਰ ਰਹੀਆਂ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਚਿੱਠੀ ਲਿਖ ਕੇ ਅਗਲੇ ਮਹੀਨੇ ਜੁਲਾਈ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਗੁਰਦੁਆਰਿਆਂ ਦੀ ਫੇਰੀ ਦੇ ਲਈ ਕਮੇਟੀ ਦਾ ਇੱਕ ਵਫਦ ਭੇਜਣ ਸੰਬੰਧੀ ਪ੍ਰਬੰਧ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਕਮੇਟੀ ਦਾ ਵਫਦ ਇਤਿਹਾਸਿਕ ਸਿੱਖ ਵਿਰਾਸਤੀ ਥਾਵਾਂ ਦੀ ਸੁਰੱਖਿਆ ਤੇ ਸਾਂਭ ਸੰਭਾਲ ਯਕੀਨੀ ਬਣਾਉਣ ਸੰਬੰਧੀ ਸਥਾਨਕ ਸਰਕਾਰੀ ਅਧਿਕਾਰੀਆਂ ਨੂੰ ਮਿਲਣਾ ਚਾਹੇਗਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਸਲਾਮਿਕ ਦਹਿਸ਼ਤਗਰਦਾਂ ਦੇ ਵੱਲੋਂ ਕਾਬੁਲ ਦੇ ਇਤਿਹਾਸਿਕ ਗੁਰਦੁਆਰਾ ਕਰਤੇ ਪਰਵਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਵੱਡਾ ਹਮਲਾ ਕੀਤਾ ਗਿਆ ਸੀ। ਗੁਰਦੁਆਰੇ ਦੀ ਇਮਾਰਤ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਜਾ ਚੁੱਕੀ ਹੈ ਅਤੇ ਇੱਕ ਸਿੱਖ ਸਮੇਤ ਸਿਕਿਉਰਿਟੀ ਗਾਰਡ ਦੀ ਵੀ ਮੌਤ ਹੋ ਗਈ ਸੀ। ਅਮਰੀਕਾ ਦੇ ਨਿਊਯਾਰਕ ਤੋਂ ਖਬਰ ਹੈ ਜਿੱਥੇ ਇੱਕ ਸਿੱਖ ਨੌਜਵਾਨ ਦੀ ਘਰ ਦੇ ਨੇੜੇ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਪੀੜਤ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ। ਘਰ ਦੇ ਨੇੜੇ ਜੀਪ ਦੇ ਵਿੱਚ ਬੈਠਾ ਸੀ ਜਦੋਂ ਉਸ ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ ਗਈਆਂ। ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਰਿਚਮੰਡ ਹਿੱਲ ਤੋਂ ਅੱਗੇ ਜਾ ਕੇ ਸਾਊਥ ਓਜ਼ੋਨ ਪਾਰਕ ਦੇ ਨੇੜੇ ਵਾਪਰੀ ਜਿੱਥੇ ਅਪ੍ਰੈਲ ਮਹੀਨੇ 2 ਸਿੱਖਾਂ ਤੇ ਵੀ ਹਮਲਾ ਕੀਤਾ ਗਿਆ ਸੀ। ਪੁਲਿਸ ਮੁਤਾਬਿਕ ਹਮਲਾਵਰ ਪੈਦਲ ਹੀ ਆਏ ਸਨ ਜਦਕਿ ਗੁਆਂਢੀਆਂ ਦਾ ਕਹਿਣਾ ਹੈ ਕਿ ਕਾਰ ਸਵਾਰ ਹਮਲਾਵਰਾਂ ਨੇ ਸਿੱਖ ਨੌਜਵਾਨ ਦੇ ਗੋਲੀਆਂ ਮਾਰੀਆਂ ਸਨ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।